ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਨਿਕੰਦਨਾ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਧਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਭਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਦੋਹਰਾ ਏਕ ਗਲ ਲਾਖੋ ਮਾਰ ਕੇ ਸਤਿਗੁਰ ਪਾਈ ਪ੍ਰਮੋਦ। ਬੰਦੇ ਦੀਨ ਬੜ ਜੰਗ ਕੀ ਹਟੇ ਪਾਸ ਦੀ ਖੋਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ 10 ਗੁਰੂ ਸਾਹਿਬਾਨ ਦੀ ਆਤਮਿਕ ਜੋਤ ਕਲਯੁਗੀ ਜੀਵਾਂ ਨੂੰ ਤਾਰਨ ਹਾਰੇ ਜਗਤ ਗੁਰੂ ਸ਼ਬਦ ਗੁਰੂ ਧੰਨ
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੇਰੀ ਪੀਰੀ ਦੇ ਮਾਲਕ ਭਗਤੀ ਔਰ ਸ਼ਕਤੀ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਚਰਨ ਛੋਹ ਇਤਿਹਾਸਕ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਗੁਰੂ ਕਿਰਪਾ ਦੇ ਨਾਲ ਹੋਈ ਹੈ। ਬੇਅੰਤ ਭਾਵਨਾ ਵਾਲੇ ਗੁਰੂ ਕੇ ਸਿੱਖ ਗੁਰੂ ਘਰ ਵਿੱਚ ਪਹੁੰਚ ਕਰਕੇ ਜਿੱਥੇ ਸਤ ਸੰਗਤ ਦੇ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰ ਰਹੇ ਹਨ, ਉੱਥੇ ਬੇਅੰਤ ਗੁਰੂ ਕੇ ਪਿਆਰੇ ਬਾਹਰ ਇਸ਼ਨਾਨ ਕਰਾਉਣ ਦੀ ਸੇਵਾ, ਕੋਈ ਜੋੜਿਆਂ ਦੀ ਸੇਵਾ ਕਰਕੇ ਆਪਣੇ ਸਰੀਰ ਨੂੰ ਸਮੇਂ ਨੂੰ ਸਫਲਾ ਕਰ ਰਹੇ ਹਨ। ਗਰੀਬ ਨਿਵਾਜ ਸਤਿਗੁਰੂ ਜੀ ਸਭਨਾਂ ਦੀ ਸਤ ਸੰਗਤ ਸੇਵਾ ਥਾਏ ਪਾਉਣ ਭਾਵਨਾ ਪੂਰੀਆਂ ਕਰਨ ਆਓ। ਸਮਾਂ ਹੋ ਚੁੱਕਾ ਹੈ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ। ਉਪਰੰਤ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੋਵੇਗੀ। ਸ਼ਾਮ ਦੇ ਦੀਵਾਨਾਂ ਦੇ ਵਿੱਚ ਆਪਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਕਥਾ ਵਿੱਚ ਸਰਵਣ ਕਰਦੇ ਆ ਰਹੇ ਹਾਂ ਤੇ ਪਿਛਲੇ ਕਈ ਦਿਨਾਂ ਤੋਂ ਛੇਵੇਂ ਸਤਿਗੁਰੂ ਜੀ ਦਾ ਕੀਤਾ ਹੋਇਆ ਤੀਸਰਾ ਜਿਹੜਾ ਜੰਗ ਹੈ ਉਹ ਆਪਾਂ ਸਰਵਣ ਕੀਤਾ ਹੈ, ਜਿਹਦਾ ਕਾਰਨ ਇਹ ਬਣਿਆ ਸੀਗਾ ਕਿ ਸ਼ਾਹਜਹਾਨ ਨੇ ਗੁਰੂ ਕੇ ਦੋ ਜਿਹੜੇ ਘੋੜੇ ਭੇਟਾ ਦੇ ਵਿੱਚ ਆਏ ਸਨ, ਅਹਿਲਕਾਰਾਂ ਨੇ ਖੋਹ ਲਏ ਸਨ। ਬਾਬਾ ਵਿਧੀ ਚੰਦ ਜੀ ਵਾਪਸ ਕਿਲੇ ਦੇ ਵਿੱਚੋਂ ਲੈ ਆਏ ਸਨ। ਉਹ ਕਾਰਨ ਬਣਿਆ ਹੈ ਜਿਹਦੇ ਕਰਕੇ ਹੰਕਾਰ ਦੇ ਵਿੱਚ ਆ ਕਰਕੇ ਬਾਦਸ਼ਾਹ ਨੇ ਇੱਕ ਵੱਡੀ ਫੌਜ ਭੇਜੀ ਹੈ ਤੇ ਲੱਲਾ ਬੇਗ 35,000 ਫੌਜ ਲੈ ਕਰਕੇ ਆਇਆ ਸੀਗਾ ਤੇ ਬੜੀ ਚਤੁਰਾਈ ਦੇ ਨਾਲ ਰਾਤ ਵੇਲੇ ਗੁਰੂ ਕੀ ਫੌਜ ਦੇ ਉੱਪਰ ਹਮਲਾ ਕੀਤਾ। ਪਰ ਗੁਰੂ ਕੇ ਸਿੱਖ ਔਰ ਪਾਤਸ਼ਾਹ ਜੀ ਸੁਚੇਤ ਸਨ। ਇਤਨੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਸੀਗਾ ਕਿ ਦਿਨ ਚੜ੍ਹਨ ਤੋਂ ਪਹਿਲਾਂ ਹੀ 20,000 ਦੀ ਫੌਜ ਰਾਤੋਂ ਰਾਤੀ ਖਤਮ ਕਰ ਦਿੱਤੀ ਸੀਗੀ। 25,000 ਦੀ ਮਾਫ ਕਰਨਾ, ਬਚੀ ਹੋਈ 10,000 ਦੀ ਜਿਹੜੀ ਫੌਜ ਹੈ ਉਹ ਦੁਪਹਿਰ ਤੱਕ ਜਿਹੜੇ ਜਰਨੈਲ ਸਨ ਇਹਨਾਂ ਦੇ, ਜਿਨ੍ਹਾਂ ਦੇ ਵਿੱਚ ਲੱਲਾ ਬੇਗ ਦੀ ਭੈਣ ਦਾ ਪੁੱਤਰ ਕਾਬਲ ਬੇਗ, ਉਹਦਾ ਭਰਾ ਲੱਲਾ ਬੇਗ ਦਾ ਕੰਬਰ ਬੇਗ ਔਰ ਇਸੇ ਤਰ੍ਹਾਂ ਉਹਦਾ ਪੁੱਤਰ ਕਾਸਮ ਬੇਗ, ਦੂਸਰਾ ਪੁੱਤਰ ਸ਼ਮਸ਼ ਬੇਗ, ਅਲੀ ਬੇਗ, ਕਈ ਜਿਹੜੇ ਵੱਡੇ ਜਰਨੈਲ ਜਦੋਂ ਦਿਨ ਚੜ੍ਹਿਆ ਹੈ ਵੱਡਾ ਜੰਗ ਆਰੰਭ ਹੋਇਆ ਤੇ ਸਮੇਂ ਦੇ ਨਾਲ ਉਹਨਾਂ ਨੇ ਫੌਜ ਦੀ ਅਗਵਾਈ ਕਰਕੇ ਗੁਰੂ ਕੀ ਫੌਜ ਦੇ ਨਾਲ ਟਾਕਰਾ ਕੀਤਾ ਹੈ ਤੇ ਵਾਰੀ ਸਾਰੇ ਜਰਨੈਲ ਮਾਰੇ ਗਏ। ਆਖਰਕਾਰ ਲੱਲਾ ਬੇਗ ਜੰਗ ਦੇ ਮੈਦਾਨ ਦੇ ਨਤੀਜੇ ਦਾ ਪਤਾ ਲੱਗ ਗਿਆ ਕਿ ਅਸੀਂ ਸਤਿਗੁਰਾਂ ਦਾ ਬਹੁਤਾ ਨੁਕਸਾਨ ਨਹੀਂ ਕਰ ਸਕੇ ਤੇ ਸਾਡੀ ਫੌਜ ਤਕਰੀਬਨ ਖਤਮ ਹੋ ਚੁੱਕੀ ਹੈ ਤੇ ਇੱਕ ਵਾਰੀ ਹੌਸਲਾ ਢਹਿ ਗਿਆ ਹੈ। ਪਰ ਉਹਦੇ ਸੈਨਿਕ ਜਿਹੜੇ ਉਹਦੇ ਨਾਲ ਯੋਧੇ ਹਨ ਉਹਨਾਂ ਨੇ, ਕਿਉਂਕਿ ਲੱਲਾ ਬੇਗ ਜਦੋਂ ਪਰਿਵਾਰ ਮਾਰਿਆ ਗਿਆ, ਇੱਕ ਇਹਦਾ ਭਾਣਜਾ ਮਾਰਿਆ ਗਿਆ, ਭਰਾ ਮਾਰਿਆ ਗਿਆ ਤੇ ਦੋ ਇਹਦੇ ਪੁੱਤਰ ਜੰਗ ਦੇ ਮੈਦਾਨ ਦੇ ਵਿੱਚ ਸੈਨਾਪਤੀ ਮਾਰੇ ਗਏ ਤੇ ਹੁਣ ਕਿਹਦੇ ਆਸਰੇ ਤੇ ਜੰਗ ਕਰੇ? ਸੈਨਾਪਤੀ ਤਾਂ ਕੋਈ ਬਚਿਆ ਨਹੀਂ, ਬਹੁਤ ਸੈਨਾ ਵੀ ਮਾਰੀ ਗਈ ਹੈ। ਹੌਸਲਾ ਇੱਕ ਵਾਰੀ ਛੱਡਿਆ ਹੈ ਪਰ ਨਾਲ ਦੇ ਸਾਥੀਆਂ ਨੇ ਫਿਰ ਪ੍ਰੇਰਿਤ ਕੀਤਾ
ਦੁਬਾਰਾ ਤਲਵਾਰ ਚੁੱਕ ਕੇ ਤੇ ਸਤਿਗੁਰਾਂ ਵਾਲੇ ਪਾਸੇ ਵਧਿਆ ਹੈ ਅਖੀਰਲਾ ਹੱਲਾ ਕਰਨ ਵਾਸਤੇ। ਇੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਤਿਆਰ ਬਰ ਤਿਆਰ ਸਨ। ਲੱਲਾ ਬੇਗ ਦੀ ਮਨ ਦੀ ਇੱਛਾ ਸੀਗੀ ਕਿ ਮੈਂ ਸਤਿਗੁਰਾਂ ਦੇ ਨਾਲ ਜੰਗ ਕਰਨਾ ਹੈ। ਇਸ ਕਰਕੇ ਚਾਹ ਰਿਹਾ ਹੈ ਕਿਉਂਕਿ ਇਹਨੂੰ ਆਪਣੇ ਆਪ ਨੂੰ ਤਾਂ ਪਤਾ ਲੱਗ ਗਿਆ ਕਿ ਮੇਰਾ ਤਾਂ ਜੰਗ ਦੇ ਮੈਦਾਨ ਦੇ ਵਿੱਚੋਂ ਜਾਣਾ ਹੁਣ ਮੁਸ਼ਕਲ ਹੈ। ਤਕਰੀਬਨ ਮੈਂ ਹਾਰ ਚੁੱਕਿਆ ਹਾਂ, ਪਰ ਜੇ ਕਿਤੇ ਛੇਵੇਂ ਪਾਤਸ਼ਾਹ ਜੀ ਨਾਲ ਮੇਰਾ ਮੁਕਾਬਲਾ ਹੋ ਜਾਵੇ, ਕਿਤੇ ਸਤਿਗੁਰੂ ਜੀ ਮੇਰੇ ਸਾਹਮਣੇ ਆ ਜਾਣ ਤੇ ਚਤੁਰਾਈ ਦੇ ਨਾਲ ਜੇ ਕਿਤੇ ਮੇਰਾ ਵਾਰ ਉਹਨਾਂ 'ਤੇ ਲੱਗ ਗਿਆ, ਸਤਿਗੁਰੂ ਜੀ ਡਿੱਗ ਜਾਣਗੇ ਤੇ ਜਿੱਤ ਦੇ ਨਗਾਰੇ ਸਾਡੇ ਵੱਜ ਜਾਣਗੇ। ਇਹ ਸਤਿਗੁਰਾਂ ਦੇ ਨਾਲ ਮੁਕਾਬਲਾ ਕਰਨਾ ਚਾਹੁੰਦਾ ਹੈ। ਅੱਗੇ ਆਇਆ ਉਧਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜਾਤੀ ਮਲਕ ਔਰ ਬਾਬਾ ਬਿਧੀ ਚੰਦ ਜੀ ਤੇ ਰਾਏ ਜੋਧ ਹੋਰ ਜਿਹੜੇ ਕਈ ਸੈਨਿਕ ਸਨ, ਸਲੇਮ ਸ਼ਾਹ, ਗਰੀਬ ਨਿਵਾਜ ਸਤਿਗੁਰਾਂ ਨੇ ਉਹਨਾਂ ਨੂੰ ਵੀ ਪਿੱਛੇ ਕਰ ਦਿੱਤਾ ਕਿ ਜੇ ਲੱਲਾ ਬੇਗ ਅੱਗੇ ਵੱਧ ਕੇ ਲੜਨਾ ਚਾਹੁੰਦਾ ਹੈ, ਫੌਜ ਦਾ ਮੁਖੀ ਹੈ ਤੇ ਇੱਧਰੋਂ ਅਸੀਂ ਮੁਖੀ ਹਾਂ, ਫਿਰ ਮੁਖੀ ਦਾ ਤਾਂ ਮੁਖੀ ਦੇ ਨਾਲ ਮੁਕਾਬਲਾ ਬਣਦਾ ਹੀ ਹੈ। ਪਾਤਸ਼ਾਹ ਜੀ ਸਾਹਮਣੇ ਗਏ ਹਨ ਤੇ ਲੱਲਾ ਬੇਗ ਬੜੀ ਤੇਜ਼ੀ ਦੇ ਨਾਲ ਸਤਿਗੁਰਾਂ ਦੇ ਉੱਪਰ ਟੁੱਟਿਆ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਵੀ ਅੱਗੇ ਵਧੇ ਤੇ ਉਧਰੋਂ ਲੱਲਾ ਬੇਗ ਵੀ ਬਹਾਦਰੀ ਦੇ ਨਾਲ ਮਰਦਾਂ ਦੀ ਲੜਾਈ ਲੜਿਆ ਹੈ। ਇਹਨੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਕਿ ਭਾਈ ਤੁਸੀਂ ਪਿੱਛੇ ਹਟ ਜਾਓ। ਇੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣੇ ਸੈਨਾਪਤੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਵੀ ਪਾਸੇ ਹਟ ਜਾਓ। ਲੱਲਾ ਬੇਗ ਇਕੱਲੇ ਦੇ ਨਾਲ ਇਕੱਲਾ ਯੁੱਧ ਕਰਨਾ ਚਾਹੁੰਦਾ ਹੈ ਤੇ ਅਸੀਂ ਉਹਦੀ ਇੱਛਾ ਜ਼ਰੂਰ ਪੂਰੀ ਕਰਾਂਗੇ। ਸਤਿਗੁਰਾਂ ਦੇ ਨਾਲ ਭਾਵੇਂ ਬੇਅੰਤ ਸੈਨਾਪਤੀ ਸਨ, ਲੱਲਾ ਬੇਗ ਦੇ ਕੋਲ ਕੋਈ ਸੈਨਾਪਤੀ ਨਹੀਂ ਰਹਿ ਗਿਆ, ਪਰ ਪਾਤਸ਼ਾਹ ਜੀ ਜੇ ਉਹਦੀ ਇੱਛਾ ਹੈ ਤੇ ਸਤਿਗੁਰੂ ਜੀ ਤਾਂ ਇੱਛਾ ਪੂਰੀ ਫਿਰ ਕਰਦੇ ਹਨ, ਭਾਵੇਂ ਕੋਈ ਸ਼ਰਧਾਲੂ ਹੋਵੇ ਤੇ ਭਾਵੇਂ ਦੁਸ਼ਮਣੀ ਕਿਉਂ ਨਾ ਹੋਵੇ। ਹੁਣ ਗਰੀਬ ਨਿਵਾਜ ਸਤਿਗੁਰਾਂ ਦੇ ਸਾਹਮਣੇ ਲੱਲਾ ਬੇਗ ਆਇਆ ਹੈ ਔਰ ਸਤਿਗੁਰੂ ਜੀ ਸਾਹਮਣੇ ਗਏ। ਲੱਲਾ ਬੇਗ ਨੇ ਪਾਤਸ਼ਾਹ ਜੀ ਦਾ ਜਿਹੜਾ ਗੁਲਬਾਗ ਘੋੜਾ ਹੈ, ਜਿਹਦੇ 'ਤੇ ਸਤਿਗੁਰੂ ਜੀ ਸਵਾਰ ਸਨ, ਜਿਹਦਾ ਨਾਮ ਪਾਤਸ਼ਾਹ ਜੀ ਸੁਹੇਲਾ ਲਿਆ ਕਰਦੇ ਸਨ, ਉਹਦੇ ਤੀਰ ਮਾਰ ਕੇ ਘੋੜਾ ਜ਼ਖਮੀ ਕਰ ਦਿੱਤਾ ਹੈ ਤੇ ਸਤਿਗੁਰੂ ਜੀ ਥੱਲੇ ਉਤਰੇ ਹਨ। ਪਾਤਸ਼ਾਹ ਜੀ ਨੇ ਵੀ ਫਿਰ ਲੱਲਾ ਬੇਗ ਨੂੰ ਆਪਣੇ ਬਰਾਬਰੀ ਕਰ ਲਿਆ। ਸਤਿਗੁਰਾਂ ਨੇ ਵੀ ਤੀਰ ਚਲਾਏ ਤੇ ਲੱਲਾ ਬੇਗ ਵੀ ਘੋੜੇ ਤੋਂ ਥੱਲੇ ਉਤਰ ਆਇਆ, ਡਿੱਗ ਗਿਆ। ਲੱਲਾ ਬੇਗ ਦਾ ਵੀ ਘੋੜਾ ਮਾਰਿਆ ਗਿਆ। ਹੁਣ ਪਾਤਸ਼ਾਹ ਜੀ ਤੇ ਲੱਲਾ ਬੇਗ ਇੱਕ ਦੂਜੇ ਦੇ ਨੇੜੇ ਹੋ ਗਏ। ਲੰਮਾ ਸਮਾਂ ਫਿਰ ਇੱਕ ਦੂਜੇ ਦੇ ਉੱਪਰ ਵਾਰ ਲੱਲਾ ਬੇਗ ਨੇ ਬੜੀ ਕੋਸ਼ਿਸ਼ ਕੀਤੀ, ਪਾਤਸ਼ਾਹ ਜੀ ਬਚਾ ਲੈਂਦੇ ਹਨ ਤੇ ਗਰੀਬ ਨਿਵਾਜ ਸਤਿਗੁਰਾਂ ਦੇ ਉੱਪਰ ਫਿਰ ਲੱਲਾ ਬੇਗ ਵਾਰ ਕਰਦਾ ਹੈ ਤੇ ਪਾਤਸ਼ਾਹ ਜੀ ਵਾਰ ਰੋਕ ਕੇ ਤੇ ਇੱਕ ਵਾਰੀ ਲੱਲਾ ਬੇਗ ਨੂੰ ਆਖਦੇ ਹਨ, ਇਹ ਲੱਲਾ ਬੇਗ, ਕਿਤੇ ਤੇਰੇ ਮਨ ਦੇ ਵਿੱਚ ਸ਼ੰਕਾ ਨਾ ਰਹਿ ਜਾਵੇ ਕਿਤੇ ਕਿ ਮੈਂ ਜੇ ਆਹ ਵਾਰ ਕਰਦਾ ਤੇ ਸ਼ਾਇਦ ਮੈਂ ਜਿੱਤਿਆ ਜਾਂਦਾ, ਜੇ ਕਿਤੇ ਮੈਨੂੰ ਇੱਕ ਹੋਰ ਮੌਕਾ ਮਿਲ ਜਾਂਦਾ ਤਾਂ ਮੈਂ ਜਿੱਤਿਆ ਜਾਂਦਾ। ਪਾਤਸ਼ਾਹ ਜੀ ਨੇ ਕਿਹਾ, ਇਹ ਕਹਿਣ ਲੱਗੇ ਲੱਲਾ ਬੇਗ ਅਸੀਂ ਵਾਰ ਨਹੀਂ ਕਰਦੇ, ਤੂੰ ਵਾਰ ਕਰ। ਵਾਰ ਕੀਤਾ, ਪਾਤਸ਼ਾਹ ਜੀ ਨੇ ਰੋਕਿਆ ਹੈ। ਲੱਲਾ ਬੇਗ ਨੇ ਫਿਰ ਵਾਰ ਕੀਤਾ, ਪਾਤਸ਼ਾਹ ਜੀ ਨੇ ਫਿਰ ਰੋਕਿਆ ਹੈ। ਲੱਲਾ ਬੇਗ ਨੇ ਕਈ ਤਰ੍ਹਾਂ ਦੇ ਵਾਰ ਕਰਕੇ ਆਖਰਕਾਰ ਛਾਲ ਮਾਰ ਕੇ ਥੋੜ੍ਹਾ ਜਿਹਾ ਦੂਰ ਹੋ ਕੇ ਖੜ ਗਿਆ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿਣ ਲੱਗੇ, ਹੇ ਲੱਲਾ ਬੇਗ, ਇਸ ਤਰ੍ਹਾਂ ਨਹੀਂ ਕਰੀਦਾ, ਤੂੰ ਆਪਣੇ ਵਾਰ ਕਰ ਲਏ ਹਨ, ਹੁਣ ਸਾਡਾ ਵਾਰ ਸੰਭਾਲ, ਹੁਣ ਅਸੀਂ ਵਾਰ ਕਰਾਂਗੇ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੱਲਾ ਬੇਗ ਦੇ ਕੋਲ ਹੋ ਕਰਕੇ ਕਈ ਵਾਰ ਲੱਲਾ ਬੇਗ ਨੂੰ ਮੌਕਾ ਦਿੱਤਾ ਹੈ। ਉਹਨੇ ਜਿਤਨੇ ਦਾ ਪੇਚ ਜਾਣਦਾ ਸੀਗਾ ਲਾਏ, ਪਰ ਸਾਰੇ ਵਿਅਰਥ ਗਏ। ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਹੋ ਕਰਕੇ ਲੱਲਾ ਬੇਗ ਨੂੰ ਇੰਝ ਲੱਗਿਆ ਕਿ ਪਾਤਸ਼ਾਹ ਜੀ ਮੇਰੀ ਲੱਤਾਂ ਦੇ ਉੱਪਰ ਨੀਚੇ ਵਾਰ ਕਰਨਗੇ ਤੇ ਸਤਿਗੁਰਾਂ ਦੀ ਤਲਵਾਰ ਦਾ ਹਿਸਾਬ ਲਾਉਂਦਾ ਹੋਇਆ ਲੱਲਾ ਬੇਗ ਨੇ ਆਪਣੀ ਢਾਲ ਥੱਲੇ ਕਰ ਲਈ, ਨੀਚਲਾ ਹਿੱਸਾ ਬਚਾਉਣ ਲੱਗਿਆ ਹੈ। ਪਰ ਪਾਤਸ਼ਾਹ ਜੀ ਨੇ ਉਸੇ ਵੇਲੇ ਵਾਰ ਦਾ ਜਿਹੜਾ ਨਿਸ਼ਾਨਾ ਬਦਲਿਆ ਹੈ, ਤਲਵਾਰ ਘੁੰਮਦੀ ਹੋਈ ਤੇਜ਼ੀ ਦੇ ਨਾਲ ਬਿਜਲੀ ਦੇ ਵਾਂਗ ਸਿਰ ਵਾਲੇ ਪਾਸੇ ਨੂੰ ਆਈ ਹੈ ਤੇ ਲੱਲਾ ਬੇਗ ਦਾ ਜਿਹੜਾ ਸਿਰ ਹੈ ਧੜ ਦੇ ਨਾਲੋਂ ਅਲੱਗ ਹੋ ਕਰਕੇ ਦੂਰ ਜਾ ਕੇ ਡਿੱਗਿਆ ਹੈ। ਤੇ ਜਿਸ ਤਰ੍ਹਾਂ ਨਾਰੀਅਲ ਦੇ ਰੁੱਖ ਦੇ ਉੱਪਰ ਹਵਾ ਦਾ ਬੁੱਲਾ ਆਉਂਦਾ ਹੈ ਤੇ ਉਹ ਜਿਸ ਤਰ੍ਹਾਂ ਧਰਤੀ 'ਤੇ ਡਿੱਗ ਪੈਂਦਾ ਹੈ, ਫਲ ਪੱਕਿਆ ਹੋਇਆ,
ਤੇ ਜਿਸ ਤਰ੍ਹਾਂ ਲੱਲਾ ਬੇਗ ਦੇ ਉੱਪਰ ਵਾਰ ਕੀਤਾ ਹੈ ਤੇ ਉਹਦਾ ਸਿਰ ਪਰਾਂ ਜਾ ਕੇ ਡਿੱਗਿਆ ਹੈ ਧੜ। ਜਿਸ ਤਰ੍ਹਾਂ ਫਿਰ ਕਈ ਵਾਰੀ ਤੇਜ਼ ਹਨੇਰੀ ਵੱਡੇ ਦਰਖਤ ਨੂੰ ਪੁੱਟਦੀ ਹੈ, ਜੜ੍ਹਾਂ ਤਾਂ ਨੂੰ ਹੋ ਜਾਂਦੀਆਂ ਹੈ, ਪੱਤੇ ਥੱਲੇ ਨੂੰ ਹੋ ਜਾਂਦੇ ਹਨ। ਇਸੇ ਤਰ੍ਹਾਂ ਲੱਲਾ ਬੇਗ ਦਾ ਜਿਹੜਾ ਵੱਡਾ ਬਲੀ ਧੜ ਹੈ, ਭਵਾਂਟਣੀਆਂ ਖਾਂਦਾ ਹੋਇਆ ਜੰਗ ਦੇ ਮੈਦਾਨ ਦੇ ਵਿੱਚ ਡਿੱਗ ਗਿਆ ਹੈ। ਬਸ ਡਿੱਗਣ ਦੀ ਦੇਰ ਸੀਗੀ, ਨਗਾਰੇ ਵੱਜ ਗਏ, ਸਾਰੀ ਸੈਨਾ ਹੱਕੀ ਬੱਕੀ ਰਹਿ ਗਈ। ਲੱਲਾ ਬੇਗ ਵੱਡੀ ਸੈਨਾ ਲੈ ਕਰਕੇ ਆਇਆ ਸੀ ਸਤਿਗੁਰਾਂ ਨੂੰ ਜਿੱਤਣ ਵਾਸਤੇ, ਪਾਤਸ਼ਾਹ ਜੀ ਨੂੰ ਪਕੜਨ ਵਾਸਤੇ, ਤੇ ਬਾਦਸ਼ਾਹ ਦੇ ਨਾਲ ਵਾਅਦਾ ਕਰਕੇ ਚੱਲਿਆ ਸੀ, ਮੈਂ ਤੁਹਾਡੇ ਕੋਲ ਸਤਿਗੁਰਾਂ ਨੂੰ ਹਾਜ਼ਰ ਕਰਾਂਗਾ, ਬੰਨ੍ਹ ਕੇ ਗ੍ਰਿਫਤਾਰ ਕਰਕੇ ਲੈ ਕੇ ਆਵਾਂਗਾ। ਤੇ ਬਾਦਸ਼ਾਹ ਨੇ ਵੀ ਕਿਹਾ ਸੀਗਾ, ਹੇ ਲੱਲਾ ਬੇਗ, ਜੇ ਤਾਂ ਪਾਤਸ਼ਾਹ ਜੀ ਨੂੰ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰੇਗਾ ਤਾਂ ਇਨਾਮ ਮਿਲਣਗੇ, ਪਰ ਜੇਕਰ ਜਿਉਂਦਾ ਪਕੜ ਕੇ ਲੈ ਆਵੇਂਗਾ ਤੇ 4 ਗੁਣਾ ਵੱਧ ਇਨਾਮ ਮਿਲਣਗੇ। ਲੱਲਾ ਬੇਗ ਨੇ ਕੋਸ਼ਿਸ਼ ਸਾਰੀ ਕੀਤੀ ਹੈ, ਪਰ ਆਖਰਕਾਰ ਆਪ ਹੀ ਆਪਣੇ ਪ੍ਰਾਣਾਂ ਤੋਂ ਹੀਣਾ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਡਿੱਗਿਆ ਹੈ। ਇੱਥੋਂ ਤੱਕ ਜਿਹੜਾ ਪ੍ਰਸੰਗ ਹੈ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਆਓ ਅਗਲਾ ਜੰਗ ਦੇ ਮੈਦਾਨ ਦਾ ਕੀ ਹਾਲ ਹੈ, ਲੱਲਾ ਬੇਗ ਦੇ ਮਰਨ ਤੋਂ ਬਾਅਦ ਅਗਲਾ ਜਿਹੜਾ ਦ੍ਰਿਸ਼ ਹੈ ਜੰਗ ਦਾ ਹਾਲ ਦੇਖਦੇ ਹਾਂ, ਸਰਵਣ ਕਰਦੇ ਹਾਂ। ਇੱਕ ਵਾਰੀ ਭਾਵਨਾ ਸਹਿਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਲਾ ਕੋ ਮਾਰ ਕੇ ਸਤਿਗੁਰ ਪਾਏ ਪ੍ਰਮੋਦ। ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇਜ ਵਾਰ ਨੇ ਲੱਲਾ ਬੇਗ ਦੇ ਸਿਰ ਨੂੰ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਹੈ। ਸਾਰੇ ਸਿੱਖ ਔਰ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਹਨ। ਔਰ ਸਤਿਗੁਰਾਂ ਦੇ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਹੋਈ ਹੈ, ਕਿਉਂਕਿ ਜਦੋਂ ਮੁਖੀ ਮਾਰਿਆ ਜਾਵੇ, ਜਿਹੜਾ ਅਗਵਾਈ ਕਰ ਰਿਹਾ ਹੋਵੇ, ਜਿਹਦੀ ਕਮਾਂਡ ਦੇ ਥੱਲੇ ਸਾਰੀ ਫੌਜ ਨੇ ਲੜਨਾ ਹੈ, ਅੱਗੇ ਵਧਣਾ ਹੈ, ਜਿਹਦੇ ਇਸ਼ਾਰੇ ਤੇ ਫੌਜ ਨੇ ਚੱਲਣਾ, ਜਦੋਂ ਉਹੀ ਡਿੱਗ ਗਿਆ, ਮਾਰਿਆ ਗਿਆ, ਤੇ ਸੈਨਾਪਤੀ ਤੋਂ ਹੀਣੀ ਫੌਜ ਜਿਹੜੀ ਉਹ ਕੁਛ ਨਹੀਂ ਕਰ ਸਕਦੀ। ਹੁਣ ਜਿਉਂ ਹੀ ਲੱਲਾ ਬੇਗ ਡਿੱਗਿਆ ਹੈ, ਨਗਾਰੇ ਵੱਜ ਗਏ ਔਰ ਸਤਿਗੁਰਾਂ ਦੀ ਸੈਨਾ ਇੱਕਦਮ ਪਿਛਾਂ ਹਟ ਗਈ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਦੇਖਿਆ ਕਿ ਸੈਨਾ ਲੱਲਾ ਬੇਗ ਦੀ, ਕੁਝ ਕੁ ਜਰਨੈਲ ਬਹਾਦਰ ਜਿਨ੍ਹਾਂ ਦੇ ਮਨ ਦੇ ਵਿੱਚ ਆਪਣਾ ਸਾਥੀ ਲੱਲਾ ਬੇਗ ਮਰਨ ਕਰਕੇ ਬਹੁਤ ਵੱਡਾ ਜੋਸ਼ ਆਇਆ ਹੈ ਮਨ ਦੇ ਵਿੱਚ ਕਿ ਸਾਡਾ ਸਾਥੀ ਐਡੀ ਵੱਡੀ ਅਸੀਂ ਫੌਜ ਲੈ ਕਰਕੇ ਆਏ ਹਾਂ ਤੇ ਮੁਖੀ ਮਾਰਿਆ ਗਿਆ ਹੈ, ਅਜੇ ਡਟੇ ਹੋਏ ਹਨ। ਕੁਛ ਕੁ ਹੋਰ ਜਿਹੜੇ ਉਸ ਵੇਲੇ ਯੋਧੇ ਸਨ, ਗਰੀਬ ਨਿਵਾਜ ਨੇ ਫਿਰ ਇੱਕ ਹੁਕਮ ਕੀਤਾ ਹੈ, ਕਹਿਣ ਲੱਗੇ ਕਿ ਭਾਈ ਜਾਓ ਇੱਕ ਹੱਲਾ ਹੋਰ ਕਰੋ ਤੇ ਜਿਹੜੇ ਆ ਅੱਗੇ ਖੜੇ ਹਨ, ਅੜ ਰਹੇ ਹਨ, ਇਹਨਾਂ ਤੇ ਧਾਵਾ ਬੋਲੋ ਜੀ। ਤੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿਹੜੇ ਅੜਨਗੇ ਅਰੇ ਸੋ ਕੱਟੋ, ਜਿਹੜੇ ਅੜਨਗੇ ਉਹਨਾਂ ਨੂੰ ਕੱਟ ਦਵੋ। ਤੇ ਕਹਿਣ ਲੱਗੇ ਕਿ ਫਿਰ ਜਿਹੜੇ ਮਿਲ ਜਾਣ, ਜਿਹੜੇ ਸ਼ਸਤਰ ਸੁੱਟ ਦੇਣ ਜਾਂ ਹਾਰ ਕਬੂਲ ਕਰ ਲੈਣ, ਸਤਿਗੁਰਾਂ ਨੇ ਬਚਨ ਕੀਤਾ ਉਹਨਾਂ ਨੂੰ ਛੱਡ ਦੇਵੋ। ਤਿਆਗੈ ਸ਼ਸਤਰ ਸੋ ਲੇਹੋ ਬਚਾਏ, ਜਿਹੜੇ ਸ਼ਸਤਰ ਥੱਲੇ ਰੱਖ ਦੇਣਗੇ, ਪਾਤਸ਼ਾਹ ਜੀ ਨੇ ਬਚਨ ਕੀਤਾ ਉਹਨਾਂ ਨੂੰ ਬਚਾ ਲਵੋ ਜੀ। ਤੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਹੁਣ ਫੌਜ ਜਿਹੜੀ ਬਚੀ ਹੋਈ ਹੈ ਉਹ ਆਗੂ ਤੋਂ ਹੀਣੀ ਹੋ ਗਈ ਹੈ। ਸਰਬ ਚਮੂ ਪਤ ਹੋਤ ਭਇਓ ਹੱਤ, ਸਾਰੇ ਜਿਹੜੇ ਇਹਨਾਂ ਦੇ ਫੌਜ ਦੇ ਪਤੀ ਸਨ, ਕਹਿਣ ਲੱਗੇ ਚਮੂ ਪਤ। ਚਮੂ ਪਤ ਦਾ ਮਤਲਬ ਹੈ ਸੈਨਾਪਤੀ। ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇੱਕ ਵੀ ਜਰਨੈਲ, ਇੱਕ ਵੀ ਸੈਨਾਪਤੀ ਇਹਨਾਂ ਦਾ ਬਚਿਆ ਨਹੀਂ ਹੋਇਆ, ਜਿਹਦੇ ਆਸਰੇ, ਜਿਹਦੇ ਇਸ਼ਾਰੇ ਤੇ ਅੱਗੇ ਵਧਣਗੇ। ਸਰਬ ਚਮੂ ਪਤ ਹੋਤ ਭਇਓ ਹੱਤ, ਬਿਨ ਭੂਪਤ ਕੋ ਲੜ ਨਾ ਸਕਾਏ, ਕਹਿਣ ਲੱਗੇ ਆਗੂ ਤੋਂ ਬਿਨਾ ਹੁਣ ਇਹ ਬਚੇ ਹੋਏ ਲੜ ਨਹੀਂ ਸਕਣਗੇ। ਤੇ ਸਤਿਗੁਰਾਂ ਨੇ ਬਚਨ ਕੀਤਾ, ਇੱਕ ਹੱਲਾ ਕਰੋ ਤੇ ਜਿਹੜੇ ਬਚੇ ਹੋਏ ਹਨ ਇਹਨਾਂ ਤੇ ਫਤਿਹ ਪਾ ਲਓ। ਅਬ ਅੰਤ ਭਇਓ ਰਣ, ਸ਼੍ਰੀ ਨਾਨਕ ਜੀ ਭਏ ਸਹਾਏ। ਇਹ ਸਾਰੀ ਕਿਰਪਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਰਤੀ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੋਈ ਹੈ, ਕਿਰਪਾ ਹੋਈ ਹੈ। ਦੇਖੋ ਭਾਵੇਂ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਖੁਦ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਕੋਈ ਜੰਗ ਨਹੀਂ ਕੀਤਾ ਹੈ, ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਪੜ੍ਹਦੇ ਹਾਂ ਤਾਂ ਉਹ ਕਿਸੇ ਜੰਗ ਦੇ ਨਾਲੋਂ ਘੱਟ ਨਹੀਂ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਜੇ ਤੁਹਾਡੇ ਕੋਲ ਅਣਖ ਨਹੀਂ ਹੈ, ਇੱਜ਼ਤ ਨਹੀਂ ਹੈ, ਜੇ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਤੁਸੀਂ ਹੱਕ ਨਹੀਂ ਲੈ ਸਕਦੇ, ਹੱਕ ਮਿਲਦੇ ਨਹੀਂ, ਹੱਕ ਲੈਣੇ ਪੈਂਦੇ ਹਨ। ਅਤੇ ਜਿੰਨਾ ਚਿਰ ਤੁਹਾਡੇ ਕੋਲ ਅਣਖ ਨਹੀਂ ਹੈ, ਹੱਕ ਨਹੀਂ ਹਨ, ਇਹ ਜਿਹੜਾ ਖਾਣਾ ਪੀਣਾ ਹੈ ਜ਼ਿੰਦਗੀ ਹਰਾਮ ਹੈ ਉਤਨਾ ਚਿਰ। ਔਰ ਅੱਜ ਗੁਰੂ ਕੇ ਸਿੱਖਾਂ ਨੇ ਵੱਡਾ ਜੰਗ ਕਰਕੇ ਫਤਿਹ ਹਾਸਲ ਕੀਤੀ ਹੈ। ਜੈਸੀ ਵਿਚਾਰਧਾਰਾ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੇ ਗਏ ਹਨ। ਤੇ ਹੁਣ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਹੁਕਮ ਕੀਤਾ ਹੈ ਉਹਦੇ ਮੁਤਾਬਕ ਹੱਥਾਂ ਦੇ ਵਿੱਚ ਕਿਰਪਾਨਾਂ ਲਈਆਂ ਦੁਬਾਰਾ ਗੁਰੂ ਕੇ ਸਿੱਖਾਂ ਨੇ। ਤੇ ਬਾਜ ਦੇ ਵਾਂਗਰ ਜਿਸ ਤਰ੍ਹਾਂ ਬਾਜ ਦੂਜੇ ਪੰਛੀਆਂ 'ਤੇ ਹਮਲਾ ਕਰਦਾ ਹੈ, ਇਸੇ ਤਰ੍ਹਾਂ ਗੁਰੂ ਕੇ ਸਿੱਖ ਚੱਲੇ ਹਨ। ਤੇ ਇਸ ਤਰ੍ਹਾਂ ਗੁਰੂ ਕੇ ਸਿੱਖ ਦੁਬਾਰਾ ਫਿਰ ਦੌੜੇ ਹਨ। ਜਿਸ ਤਰ੍ਹਾਂ ਹਿਰਨਾਂ ਦੀ ਡਾਰ ਤੇ ਹਿਰਨਾਂ ਦੇ ਝੁੰਡ ਤੇ ਜਿਸ ਤਰ੍ਹਾਂ ਇੱਕਦਮ ਸ਼ੇਰ ਝਪੱਟ ਮਾਰ ਕੇ ਪੈਂਦਾ, ਜ਼ੋਰ ਦੇ ਨਾਲ ਹਮਲਾ ਕਰਦਾ ਹੈ। ਗੁਰੂ ਕੇ ਸਿੱਖ ਜਿਹੜੇ ਇਹ ਕੁਝ ਕੁ ਲੋਕ ਅੜੇ ਹੋਏ ਸਨ ਦੁਸ਼ਮਣ ਸੈਨਾ ਦੇ, ਉਹਨਾਂ ਦੇ ਉੱਪਰ ਜਿਸ ਤਰ੍ਹਾਂ ਹਿਰਨਾਂ ਦੇ ਉੱਪਰ ਸ਼ੇਰ ਟੁੱਟ ਕੇ ਪੈਂਦਾ ਹੈ, ਗੁਰੂ ਕੇ ਸਿੱਖ ਹੱਥਾਂ ਦੇ ਵਿੱਚ ਕਿਰਪਾਨਾਂ ਲੈ ਕਰਕੇ, ਤੀਰ ਲੈ ਕਰਕੇ ਫਿਰ ਅੱਗੇ ਵਧੇ ਹਨ। ਔਰ ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਝਾਟੇ ਸਾਹਮਣੇ ਹੋ ਕਰਕੇ ਦੁਬਾਰਾ ਫਿਰ ਗੋਲੀਆਂ ਦੇ ਵਾਰ ਕੀਤੇ ਹਨ। ਤੋਮਰ ਦੁਬਾਰਾ ਫਿਰ ਨੇਜੇ ਤੇ ਬਰਸ਼ੇ ਚਲਾਏ ਹਨ। ਕਹਿਣ ਲੱਗੇ ਤੁਰਕ ਭੱਟ ਭੂਰਾ, ਕਹਿਣ ਲੱਗੇ ਦੁਬਾਰਾ ਤੁਰਕਾਂ ਦੇ ਉੱਪਰ ਜਿਹੜੇ ਬਚੇ ਹੋਏ ਸੂਰਮੇ ਸਨ ਉਹਨਾਂ ਤੇ ਵੱਡਾ ਹਮਲਾ ਕੀਤਾ ਹੈ। ਤੇ ਇੱਕ ਵੱਡੀ ਅਖੀਰ ਵਾਲੇ ਸਮੇਂ ਗੁਰੂ ਕੇ ਸਿੱਖਾਂ ਵੱਲੋਂ ਫਿਰ ਮਾਰ ਪਈ ਹੈ ਤੇ ਜਿਹੜੇ ਬਚੇ ਹੋਏ ਸਨ ਉਹਨਾਂ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ, ਜਿਹੜੇ ਅੜ ਰਹੇ ਸਨ ਥੋੜ੍ਹਾ ਥੋੜ੍ਹਾ। ਤੇ ਕਹਿਣ ਲੱਗੇ ਕਿ ਹੁਣ ਗੁਰੂ ਕੇ ਸਿੱਖਾਂ ਨੇ ਝਾਟੀ ਧੂੜ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਦਿੱਤੇ ਹਨ। ਤੇ ਕਿਸੇ ਦੀ ਬਾਂਹ ਕੱਟੀ ਗਈ ਹੈ, ਕਿਸੇ ਦੀ ਲੱਤ ਕੱਟੀ ਗਈ ਹੈ, ਕਿਸੇ ਦੇ ਸਿਰ ਦੇ ਉੱਤੇ ਵਾਰ ਹੋਇਆ ਹੈ। ਗੁਰੂ ਕੇ ਸਿੱਖਾਂ ਨੇ ਬੜੀ ਤੇਜ਼ੀ ਦੇ ਨਾਲ ਵੱਡਾ ਅਖੀਰ ਵਾਲੇ ਸਮੇਂ ਖੁਸ਼ੀ ਦੇ ਵਿੱਚ, ਚਲੋ ਜੰਗ ਤਾਂ ਹੁਣ ਜਿੱਤਿਆ ਜਾ ਚੁੱਕਾ ਹੈ, ਕੁਝ ਕੁ ਜਿਹੜੇ ਅੜੇ ਹੋਏ ਸਨ ਤੇ ਬਹੁਤ ਵੱਡਾ ਹੌਸਲਾ ਕਰਕੇ ਉਹਨਾਂ ਤੇ ਵੱਡਾ ਹਮਲਾ ਕੀਤਾ ਹੈ। ਤੇ ਕਹਿਣ ਲੱਗੇ ਜਦੋਂ ਹੁਣ ਅਖੀਰ ਵਾਲੇ ਸਮੇਂ ਇੱਕ ਹੱਲਾ ਜਦੋਂ ਹੋਇਆ ਹੈ ਤੇ ਕੁਛ ਕੁ ਜਿਹੜੇ ਸਨ ਉਹ ਭੱਜ ਗਏ, ਜਿਹੜੇ ਅਜੇ ਅੜ ਰਹੇ ਸਨ। ਤੇ ਕਿਸ ਨੇ ਤਿਆਗ ਦੀਨ ਹਥਿਆਰ, ਤੇ ਕਈਆਂ ਨੇ ਗੁਰੂ ਕੇ ਸਿੱਖਾਂ ਨੂੰ ਆਉਂਦਿਆਂ ਹੀ ਦੂਰ ਤੋਂ ਵੇਖਦੇ ਹੀ ਹਥਿਆਰ ਸੁੱਟ ਕੇ ਤੇ ਚੁੱਪ ਕਰਕੇ ਖੜ ਗਏ ਹਨ। ਕਈਆਂ ਨੇ ਬਾਹਾਂ ਉਤਾਂਹ ਨੂੰ ਕਰ ਲਈਆਂ ਹਨ ਕਿ ਭਾਈ ਨਹੀਂ, ਹੁਣ ਅਸੀਂ ਤੁਹਾਡੇ ਤੇ ਵਾਰ ਨਹੀਂ ਕਰਾਂਗੇ। ਤੇ ਕਈ ਪਹਿਲਾਂ ਭਾਵੇਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਥੋੜ੍ਹਾ ਜਿਹਾ ਅੜ ਰਹੇ ਸਨ, ਪਰ ਜਿਉਂ ਗੁਰੂ ਕੇ ਸਿੱਖ ਅੱਗੇ ਆਏ ਹਨ ਉਸੇ ਵੇਲੇ ਦੇਖ ਕੇ ਗੁਰੂ ਨੂੰ ਗੁਰੂ ਦੁਹਾਈ ਕਾਹੇ ਉਚਾਰ, ਗੁਰੂ ਦੀ ਦੁਹਾਈ ਹੈ, ਭਾਈ ਸਾਨੂੰ ਮੁਆਫ ਕਰ ਦੇਵੋ। ਉਸੇ ਵੇਲੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਆਪਣੇ ਬਚਾਅ ਵਾਸਤੇ ਆਪਣੇ ਪ੍ਰਾਣਾਂ ਦੀ ਭੀਖ ਮੰਗ ਰਹੇ ਸਨ। ਤੇ ਉਸੇ ਵੇਲੇ ਗੁਰੂ ਕੇ ਸਿੱਖਾਂ ਦਾ ਜੋਸ਼ ਦੇਖ ਕਰਕੇ ਕਹਿਣ ਲੱਗੇ ਹੁਣ ਦੀਨ ਭਏ ਨੀਵੇਂ ਬਣ ਗਏ, ਹਥਿਆਰ ਸੁੱਟ ਦਿੱਤੇ ਹਨ। ਤ੍ਰਿਣ ਦਾਤਨ ਗਹਿ ਘਰ, ਕਈਆਂ ਨੇ ਘਾਹ ਜਿਹੜੇ ਸਨ ਉਹ ਮੂੰਹ ਦੇ ਵਿੱਚ ਪਾ ਲਏ। ਇਹ ਪ੍ਰਤੀਕ ਹਨ ਕਿ ਭਾਈ ਹੁਣ ਅਸੀਂ ਕਿਸੇ ਤਰ੍ਹਾਂ ਦੇ ਯੋਗ ਨਹੀਂ ਰਹੇ, ਹੁਣ ਅਸੀਂ ਗੁਲਾਮ ਹੋ ਗਏ ਹਾਂ ਜਾਂ ਅਸੀਂ ਹਾਰ ਗਏ ਹਾਂ, ਕਬੂਲ ਕਰਦੇ ਹਾਂ।
ਕਹਿਣ ਲੱਗੇ ਮੂੰਹ ਦੇ ਵਿੱਚ ਘਾਹ ਦੀਆਂ ਤਿੜਾਂ ਲੈ ਕਰਕੇ ਇਸ ਵੇਲੇ ਕੇਤਕ ਪ੍ਰਾਨ ਉਬਾਰ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੇ ਤਰਲੇ ਲੈ ਕਰਕੇ ਆਪਣੇ ਪ੍ਰਾਣ ਬਚਾਏ ਹਨ। ਜੰਗ ਖੇਤ ਮੈਂ ਫਤਿਹ ਭਈ ਗੁਰ ਜਬੇ ਦੁਹਾਈ ਤੁਰਕ ਪੁਕਾਰ। ਤੇ ਉਸੇ ਵੇਲੇ ਫਿਰ ਕਹਿਣ ਲੱਗੇ ਜੰਗ ਖੇਤ ਮੈਂ ਫਤਿਹ ਭਈ ਗੁਰ। ਜੰਗ ਦੇ ਮੈਦਾਨ ਦੇ ਵਿੱਚ ਤਾਂ ਪਹਿਲਾਂ ਹੀ ਸਤਿਗੁਰਾਂ ਦੀ ਜਿੱਤ ਹੋ ਗਈ ਹੈ। ਜਬੇ ਦੁਹਾਈ ਤੁਰਕ ਪੁਕਾਰ, ਤੇ ਗੁਰੂ ਕੇ ਚਰਨਾਂ ਦੇ ਵਿੱਚੋਂ ਦੁਹਾਈ ਦਿੰਦੇ ਹਨ। ਤੁਰਕ ਵਾਰ-ਵਾਰ ਪੁਕਾਰਦੇ ਹਨ। ਸ੍ਰੀ ਚੰਦ ਕੇ ਸ੍ਰੀ ਹਰਿਗੋਬਿੰਦ ਪਠਿਓ ਦੀਨ ਤਿਨ ਲਿਓ ਉਬਾਰ। ਤੇ ਵਾਰ-ਵਾਰ ਜਦੋਂ ਇਹ ਬੇਨਤੀਆਂ ਕਰਦੇ ਹਨ ਕਿ ਭਾਈ ਸਾਨੂੰ ਬਖਸ਼ ਦਵੋ, ਅਸੀਂ ਹੁਣ ਕਿਸੇ ਯੋਗ ਨਹੀਂ ਰਹਿ ਗਏ, ਅਸੀਂ ਹਾਲ ਕਬੂਲ ਕਰਦੇ ਹਾਂ। ਤੇ ਜਦੋਂ ਵਾਰ-ਵਾਰ ਇਹਨਾਂ ਗੁਰੂ ਦੀ ਦੁਹਾਈ ਦਿੱਤੀ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਲੀ ਦੇ ਨਾਲ ਬਾਬਾ ਬਿਧੀ ਚੰਦ ਜੀ ਨੂੰ ਆਵਾਜ਼ ਮਾਰੀ ਹੈ। ਬਿਧੀ ਚੰਦ ਕੋ ਸ਼੍ਰੀ ਹਰਗੋਬਿੰਦ ਪਠਿਓ ਪਾਤਸ਼ਾਹ ਜੀ ਨੇ ਭੇਜਿਆ ਬਿਧੀ ਚੰਦ ਨੂੰ। ਦੀਨ ਤਿਨ ਲਿਹੋ ਉਬਾਰ, ਕਹਿਣ ਲੱਗੇ ਜਿਹੜੇ ਗਰੀਬ ਹੋ ਗਏ ਹਨ, ਹੇ ਬਾਬਾ ਬਿਧੀ ਚੰਦ ਜੀ ਆਪਣੇ ਸੈਨਿਕਾਂ ਨੂੰ, ਯੋਧਿਆਂ ਨੂੰ ਰੋਕ ਦਵੋ ਕਿ ਕਿਸੇ ਨੇ ਹੁਣ ਇਹਨਾਂ ਤੇ ਵਾਰ ਨਹੀਂ ਕਰਨਾ ਹੈ। ਤੇ ਬਾਬਾ ਬਿਧੀ ਚੰਦ ਜੀ ਕਾਲੀ ਦੇ ਨਾਲ ਗਏ ਤੇ ਉੱਚੀ ਆਵਾਜ਼ ਦੇ ਵਿੱਚ ਸਾਰਿਆਂ ਨੂੰ ਸੁਨੇਹਾ ਲਾ ਦਿੱਤਾ ਕਿ ਭਾਈ ਹੁਣ ਕਿਸੇ ਤੇ ਵਾਰ ਨਹੀਂ ਕੀਤਾ ਜਾਏਗਾ। ਬਾਬਾ ਬਿਧੀ ਚੰਦ ਜੀ ਘੋੜਾ ਭਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਘੁੰਮੇ ਹਨ ਤੇ ਕਹਿਣ ਲੱਗੇ ਹੁਣ ਕਿਸੇ ਤੇ ਵਾਰ ਕੋਈ ਵੀ ਜਿਹੜਾ ਸਾਡਾ ਯੋਧਾ ਹੈ ਨਹੀਂ ਕਰੇਗਾ। ਸਰਬ ਚਮਕੋ ਗੱਡੀ ਕਰਕੇ ਹਟਿਓ ਬੋਲ ਸਤਿਗੁਰ ਜੈਕਾਰ। ਤੇ ਬਾਬਾ ਬਿਧੀ ਚੰਦ ਜੀ ਦੇ ਹੁਕਮ ਦੇ ਵਿੱਚ ਸਾਰੇ ਯੋਧੇ ਪਿੱਛੇ ਹਟ ਗਏ ਹਨ। ਬਾਬਾ ਬਿਧੀ ਚੰਦ ਜੀ ਸਾਰਿਆਂ ਨੂੰ ਇਕੱਠੇ ਕਰਕੇ ਤੇ ਵਾਪਸ ਲੈ ਕੇ ਕਰਕੇ ਆਏ ਹਨ ਤੇ ਕਹਿਣ ਲੱਗੇ ਕਿ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈ ਜੈਕਾਰ। ਸਰਬ ਚਮੂ ਕੋ ਇਕੱਠੀ ਕਰਕੇ ਹਟਿਓ ਬੋਲ ਸਤਿਗੁਰ ਜੈਕਾਰ। ਤੇ ਛੇਵੇਂ ਪਾਤਸ਼ਾਹ ਜੀ ਦਾ ਨਾਮ ਲੈ ਕਰਕੇ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕਰਕੇ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਹੋਇਆ ਜਿੱਤ ਦੇ ਜੈਕਾਰੇ ਲਾਉਂਦੇ ਹੋਏ ਬਾਬਾ ਬਿਧੀ ਚੰਦ ਤੇ ਗੁਰੂ ਕੇ ਸੂਰਮੇ ਵਾਪਸ ਪਰਤ ਰਹੇ ਹਨ। ਤੇ ਜਿਹੜੇ ਫਿਰ ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀ ਹੋ ਗਏ ਸਨ, ਬਹੁਤ ਵੱਡੇ, ਜਿਨ੍ਹਾਂ ਨੂੰ ਕਈਆਂ ਨੂੰ ਫੱਟ ਲੱਗੇ ਹਨ, ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਲੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਕਈ ਤੜਫ ਰਹੇ ਸਨ। ਪਾਤਸ਼ਾਹ ਜੀ ਨੇ ਆਪ ਵੀ ਤੇ ਕੁਝ ਸਾਥੀ ਭੇਜ ਕੇ ਸਾਰਿਆਂ ਦੀ ਸੁੱਧ ਬੁੱਧ ਲਈ ਹੈ। ਔਰ ਦੂਸਰੇ ਪਾਸੇ ਉੱਚੀ ਉੱਚੀ ਨਗਾਰੇ ਜਿੱਤ ਦੇ ਵੱਜ ਰਹੇ ਸਨ। ਸਾਰੀ ਸੈਨਾ ਗੁਰੂ ਕੇ ਸਿੱਖ ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸੰਨ ਹੋਏ ਹਨ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਾਏ ਜੋਧ ਉਹਨਾਂ ਦੇ ਨਾਲ ਹੈ ਤੇ ਕਹਿਣ ਲੱਗੇ ਜੋਧ ਸਹਿਤ ਜਹ ਸ਼੍ਰੀ ਹਰਗੋਬਿੰਦ ਕਰਤ ਕੋਲਾਹਲ ਕੋ ਤਹ ਆਏ। ਉੱਚੀ ਉੱਚੀ ਆਵਾਜ਼ਾਂ ਲਾਉਂਦੇ ਹੋਏ ਜਿੱਤ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਰਾਏ ਜੋਧ ਦੇ ਸਮੇਤ ਹੋਰ ਬੜੇ ਸੈਨਾਪਤੀ ਗੁਰੂ ਕੇ ਸਿੱਖ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਤੇ ਆ ਕੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਝੁਕਦੇ ਹਨ। ਸਭ ਕਰ ਜੋਰਤ, ਸਾਰੇ ਹੱਥ ਜੋੜ ਜੋੜ ਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹਨ, ਬਲਿਹਾਰ ਜਾਂਦੇ ਹਨ। ਗੁਰ ਮਹਿਮਾ ਕੈ ਸੀਸ ਨਿਵਾਏ। ਇਹ ਪਾਤਸ਼ਾਹ ਤੁਹਾਡੀ ਘਰ ਦੀ ਮਹਿਮਾ ਬੜੀ ਵੱਡੀ ਹੈ। ਆ ਕੇ ਸੀਸ ਝੁਕਾਉਂਦੇ ਹਨ। ਇੱਕ ਪਾਸੇ 4000 ਯੋਧਾ ਸੀਗਾ, ਇੱਕ ਪਾਸੇ 35000 ਦੀ ਇੰਨੀ ਵੱਡੀ ਫੌਜ ਸੀਗੀ ਤੇ ਸਤਿਗੁਰੂ ਜੀ ਜੰਗ ਜਿੱਤ ਲਿਆ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਰੇ ਮਹਿਮਾ ਕਰ ਰਹੇ ਹਨ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੇਰ ਸਾਰਿਆਂ ਦੀ ਸੰਭਾਲਣਾ ਕੀਤੀ ਹੈ। ਜਿਹੜੇ ਜ਼ਖਮੀ ਹੋਏ ਪਏ ਸਨ ਜਾਂ ਜਿਹੜੇ ਮੁਰਦਾ ਹੋ ਗਏ, ਜਿਹੜੇ ਸ਼ਹਾਦਤ ਦਾ ਜਾਮ ਪੀ ਗਏ ਅਖੀਰਲੇ ਸਵਾਸ ਤੱਕ, ਜਿਨ੍ਹਾਂ ਦੇ ਸਰੀਰ ਪੁਰਜਾ ਪੁਰਜਾ ਹੋ ਕੇ ਧਰਤੀ ਤੇ ਡਿੱਗ ਪਏ ਸਨ, ਅਖੀਰਲੇ ਸਵਾਸ ਤੱਕ ਫਟੜ ਹੋ ਕੇ ਵੀ ਗੁਰੂ ਕਾ ਸਾਥ ਦਿੰਦੇ ਰਹੇ ਮਹਾਨ ਯੋਧੇ,
ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਉਹਨਾਂ ਦੀ ਸੰਭਾਲ ਕਰਨ ਵਾਸਤੇ ਤੇ ਜ਼ਖਮੀਆਂ ਦੀ ਸਾਰ ਲੈਣ ਵਾਸਤੇ ਬਚਨ ਕੀਤੇ ਹਨ। ਗਮਨੋ ਸਿਵਰ ਕਾਜ ਭਾਪੂਰਨ ਇਮ ਕੈ ਗਮਨ ਕੀਨ ਹਰ ਖਾਏ। ਔਰ ਪਾਤਸ਼ਾਹ ਜੀ ਨੇ ਫਿਰ ਕਹਿਣ ਲੱਗੇ ਕਿ ਭਾਈ ਗਮਨੋ ਸਿਵਰ ਕਾਰਜ ਭਾਪੂਰਨ, ਆਓ ਹੁਣ ਆਪਾਂ ਤੰਬੂ ਵਾਲੇ ਪਾਸੇ ਚੱਲੀਏ ਜਿੱਧਰ ਠਹਿਰਾ ਕੀਤਾ ਹੋਇਆ ਹੈ। ਰਾਏ ਜੋਧ ਨੂੰ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਾਰਜ ਪੂਰਨ ਹੋ ਗਿਆ ਹੈ। ਗਮਨੋ ਸਿਵਰ ਕਾਜ ਭਾਪੂਰਨ ਇਮ ਕੈ ਗਮਨ ਕੀਨ ਹਰ ਖਾਏ। ਇਸ ਤਰ੍ਹਾਂ ਖੁਸ਼ੀ ਦੇ ਨਾਲ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਦੇ ਮੈਦਾਨ ਦੇ ਵਿੱਚ ਜਿੱਤ ਦਾ ਨਗਾਰਾ ਵੱਜਿਆ ਹੈ। ਕੁਝ ਸਿੱਖਾਂ ਦੀ ਡਿਊਟੀ ਲਾ ਕਰਕੇ ਪਾਤਸ਼ਾਹ ਜੀ ਪਿੱਛੇ ਤੰਬੂ ਵੱਲ ਪਰਤੇ ਹਨ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡੇਰੇ ਦੇ ਵਿੱਚ ਆ ਕਰਕੇ ਤੇ ਕੁਝ ਸੈਨਿਕਾਂ ਨੂੰ ਹੁਕਮ ਕੀਤਾ ਹੈ, ਸਾਥੀਆਂ ਨੂੰ, ਸਿੱਖਾਂ ਨੂੰ, ਕਹਿਣ ਲੱਗੇ ਜਾਓ ਗਿਣਤੀ ਕਰਕੇ ਆਓ ਕਿੰਨੇ ਕੋ ਸਾਡੇ ਯੋਧੇ ਤੇ ਸਿੱਖ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਹਨ। ਕਿੰਨੇ ਕੋ ਫਟੜ ਹੋਏ ਹਨ। ਗਰੀਬ ਨਿਵਾਜ ਨੇ ਕੁਝ ਸਾਥੀ, ਕੁਝ ਸੇਵਕ ਭੇਜੇ ਹਨ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਦੀ ਖਬਰ ਲੈਣ ਵਾਸਤੇ ਕੁਝ ਸਿੱਖ ਭੇਜੇ ਹਨ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿਣ ਲੱਗੇ ਸੈਨਾਪਤੀ ਸਭ ਬੂਝਨ ਕੀ ਨਾ ਕੇਤਕ ਸੋ ਭੱਟ ਰਹੇ ਰਣ ਥਾਏ। ਕਿੰਨੇ ਕੋ ਜੰਗ ਦੇ ਮੈਦਾਨ ਦੇ ਵਿੱਚ ਸੈਨਾਪਤੀ ਤੇ ਸਾਡੇ ਸੇਵਕ ਸਾਥੀ ਰਹਿ ਗਏ ਹਨ। ਕਿੰਨਿਆਂ ਕੋ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਪਾਤਸ਼ਾਹ ਜੀ ਪੁੱਛ ਰਹੇ ਸਨ, ਤੇ ਅੰਦਾਜ਼ਾ ਲਾ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਕੁਝ ਚੱਕਰ ਲਾ ਕਰਕੇ ਗੁਰੂ ਕੇ ਸਿੱਖਾਂ ਨੇ ਆ ਕੇ ਸਾਰੀ ਖਬਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਤੀ ਹੈ। ਇਹ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਾਏ ਜੋਧ ਜਿਹੜਾ ਆਪ ਵੀ ਬੜਾ ਬਹਾਦਰ ਹੈ ਤੇ ਜਿਹਦੀ ਸੈਨਾ ਵੀ ਬਹੁਤ ਬਹਾਦਰ ਹੈ, ਜਿਹਨੇ ਪਾਤਸ਼ਾਹ ਜੀ ਦਾ ਬਹੁਤ ਚੜ੍ਹਦੀ ਕਲਾ ਦੇ ਨਾਲ ਸਾਥ ਦਿੱਤਾ ਜੰਗ ਦੇ ਮੈਦਾਨ ਦੇ ਵਿੱਚ। ਕਦੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਵੀ ਦੇਖਦੇ ਹਾਂ, ਭਾਵੇਂ ਪੀਰ ਬੁੱਧੂ ਸ਼ਾਹ ਉਹ ਸਿੱਖ ਨਹੀਂ ਹੈ, ਪਰ ਉਹ ਤੇ ਉਹਦੀ ਸੈਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੋਢੇ ਨਾਲ ਮੋਢਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਖੜ ਕੇ ਤੇ ਉਸ ਵੇਲੇ ਭੰਗਾਣੀ ਦੇ ਯੁੱਧ ਵਿੱਚ ਬਹੁਤ ਵੱਡਾ ਸਾਥ ਦਿੰਦੇ ਹਨ। ਰਾਏ ਜੋਧ ਕੁਝ ਕੁ ਸਮਾਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ ਹੈ, ਕੁਝ ਕੁ ਦਿਨ ਪਹਿਲਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ ਹੈ। ਤੇ ਹੁਣ ਵੱਡੀ ਜਿਹੜੀ ਸੈਨਾ ਹੈ ਉਹ ਲੈ ਕਰਕੇ ਪਾਤਸ਼ਾਹ ਜੀ ਦੇ ਨਾਲ ਆ ਕੇ ਖੜਿਆ ਹੈ ਤੇ ਬਾਦਸ਼ਾਹ ਦੀ ਫੌਜ ਦੇ ਨਾਲ ਲੜਿਆ ਹੈ। ਇਹਦੇ ਵੀਰ ਬਹਾਦਰ, ਮਹਾਨ ਬਹਾਦਰ ਯੋਧੇ ਸਨ ਜਿਨ੍ਹਾਂ ਨੇ ਤਗੜਾ ਸਾਥ ਦਿੱਤਾ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ। ਜੋਧ ਰਾਏ ਕੀ ਚਮੂ ਸੈਤ ਸਭ ਪਹੁੰਚੇ ਸੁਰਗ ਜੋ ਤਿਆਗ ਸਰੀਰ। ਇਹ ਪਾਤਸ਼ਾਹ ਸਮੇਤ ਜੋਧ ਰਾਏ ਦੇ ਜਿਹੜੇ ਸੈਨਿਕ ਹਨ ਤੇ ਕਈ ਬਹੁਤ ਸਾਰੇ ਸਵਰਗ ਸਿਧਾਰ ਗਏ ਹਨ। ਜੋਧ ਰਾਏ ਕੀ ਚਮੂ ਸੈਤ ਸਭ ਗਿਰਦੀਨ ਭਲੇ ਕਰ ਨਿਰਮੈ ਦੋ ਸਹਿ ਸਹਸਰਨ ਵੀਰ। ਤੇ ਸਤਿਗੁਰਾਂ ਨੂੰ ਆ ਕਰਕੇ ਬੇਨਤੀ ਕਰਦੇ ਹਨ ਗੁਰੂ ਕੇ ਪਿਆਰੇ, ਕਹਿਣ ਲੱਗੇ ਪਾਤਸ਼ਾਹ ਸਾਡੇ ਤੇ ਰਾਏ ਜੋਧ ਦੇ ਸੇਵਕ ਸਾਰੇ ਗਿਣਤੀ ਕਰਕੇ ਆਏ ਹਾਂ। 1200 ਜਿਹੜਾ ਸੈਨਿਕ ਹੈ, ਸਿੱਖ ਹੈ, ਰਾਏ ਜੋਧ ਦੀ ਸੈਨਾ ਦਾ ਪਾ ਕਰਕੇ ਪਾਤਸ਼ਾਹ ਜੀ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ, ਸ਼ਹਾਦਤ ਦਾ ਜਾਮ ਪੀ ਗਿਆ ਹੈ। 1200 ਸਿੱਖ ਲੜਦਾ ਹੋਇਆ ਪੁਰਜਾ ਪੁਰਜਾ ਹੋ ਕਰਕੇ ਧਰਤੀ ਤੇ ਡਿੱਗਿਆ ਹੈ ਤੇ ਜਿਹੜੇ ਜ਼ਖਮੀ ਹੋਏ ਹਨ ਉਹਨਾਂ ਦੀ ਗਿਣਤੀ ਅਲੱਗ ਹੈ। ਤੇ ਉਸੇ ਵੇਲੇ ਫਿਰ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਤੁਰਕਨ ਸੋ ਲਰ ਹੇਤ ਆਪ ਕੇ ਰਹੇ ਖੇਤ ਰਣ ਵਿਖੇ ਗਹੀਰ। ਜਿਹੜੇ ਤੁਰਕਾਂ ਦੇ ਨਾਲ ਲੜੇ, ਜੰਗ ਦੇ ਮੈਦਾਨ ਦੇ ਵਿੱਚ ਡਟੇ ਤੇ ਜਿਨ੍ਹਾਂ ਨੇ ਪੈਰ ਪਿਛਾ ਨਹੀਂ ਕੀਤਾ ਹੈ, ਰਣ ਵਿਖੇ ਗਹੀਰ
ਜਿਹੜੇ ਜੰਗ ਦੇ ਮੈਦਾਨ ਵਿੱਚ ਥੰਮਾਂ ਦੇ ਵਾਂਗ ਖੜ ਗਏ, ਪਿੱਛੇ ਨਹੀਂ ਹਟੇ, ਅਖੀਰਲੇ ਸਵਾਸ ਤੱਕ ਲੜੇ, ਮਰੇ ਔਰ ਜ਼ਖਮੀ ਹੋ ਗਏ। ਅਖੀਰਲੇ ਸਮੇਂ ਤੱਕ ਲੜ ਕੇ ਉਹਨਾਂ ਨੇ ਜਿੱਤ ਦਿਵਾਈ ਹੈ। ਤੇ ਕਹਿਣ ਲੱਗੇ ਪਾਤਸ਼ਾਹ ਜੀ, ਨਿਜ ਨਿਜ ਡੇਰੇ ਮਹਿ ਬਿਸਰਾਮੇ, ਘਾਇਲ ਸੋ ਭਟ ਕਿਤ ਘੱਲੇ ਸਾਰ। ਉੱਥੇ ਜਿਹੜੇ ਨੇੜੇ ਕੁਛ ਘਰ ਸਨ, ਉਧਰ ਨੂੰ ਲੈ ਲੈ ਕਰਕੇ ਗੁਰੂ ਕੇ ਸਿੱਖ ਜਾਂ ਜਿੱਥੇ ਜਿੱਥੇ ਤੰਬੂ ਲੱਗੇ ਹੋਏ ਸਨ ਸੈਨਾ ਦੇ, ਉਹਨਾਂ ਦੇ ਸਾਥੀ ਚੁੱਕ ਚੁੱਕ ਕੇ ਜਿਹੜੇ ਅਜੇ ਸਹਿ ਰਹੇ ਸਨ, ਜਿਨ੍ਹਾਂ ਦੇ ਸਾਹ ਚੱਲਦੇ ਸਨ, ਕਈ ਕਿਸੇ ਦੀ ਬਾਂਹ ਕੱਟੀ ਗਈ ਹੈ, ਕਿਸੇ ਦੀ ਲੱਤ ਕੱਟੀ ਗਈ ਹੈ, ਤੇ ਕਈ ਅਨੇਕਾਂ ਤਰ੍ਹਾਂ ਦੇ ਜ਼ਖਮ ਖਾ ਕਰਕੇ ਅਜੇ ਸਹਿ ਰਹੇ ਸਨ, ਉਹਨਾਂ ਨੂੰ ਚੁੱਕ ਚੁੱਕ ਕੇ ਗੁਰੂ ਕੇ ਸਿੱਖਾਂ ਨੇ ਝਾਟੀ ਵੱਖਰੇ ਵੱਖਰੇ ਥਾਵਾਂ ਤੇ ਡੇਰਿਆਂ ਤੇ ਲੈ ਗਏ ਹਨ। ਸਭ ਪਰੇ ਸੇਵਕ ਸੇਵਾ ਕੇ ਹਿਤ ਕਰੇ, ਸੁਪਰਦ ਭਾਗੀ ਪ੍ਰਤਪਾਰ। ਤੇ ਉਸੇ ਵੇਲੇ ਫਿਰ ਪਾਤਸ਼ਾਹ ਜੀ ਨੇ ਵੱਖਰੇ ਵੱਖਰੇ ਸੇਵਕਾਂ ਦੀ, ਸਿੱਖਾਂ ਦੀ ਡਿਊਟੀ ਲਾ ਕਰ ਦਿੱਤੀ ਹੈ। ਤੇ ਇਹ ਸੇਵਕ, ਇਹ ਜਿਹੜੇ ਜ਼ਖਮੀ ਹੋਏ ਯੋਧੇ ਸਨ, ਉਹਨਾਂ ਦੇ ਸਪੁਰਦ ਕਰ ਦਿੱਤੇ ਹਨ, ਉਹਨਾਂ ਨੂੰ ਸੌਂਪ ਦਿੱਤੇ ਹਨ ਕਿ ਭਾਈ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਔਰ ਇਹਨਾਂ ਦੀ ਮਲਮ ਪੱਟੀ ਦਾ ਪ੍ਰਬੰਧ, ਜਿਹੜੇ ਜ਼ਖਮੀ ਹੋ ਗਏ ਸਨ, ਜਦੋਂ ਤੱਕ ਇਹ ਤੰਦਰੁਸਤ ਨਹੀਂ ਹੁੰਦੇ ਉਦੋਂ ਤੱਕ ਤੁਸੀਂ ਪ੍ਰਬੰਧ ਕਰਨਾ ਹੈ। ਔਰ ਉਸੇ ਵੇਲੇ ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿਣ ਲੱਗੇ ਕਿ ਭਾਈ ਜੋਧ ਰਾਏ ਕੋ ਨਿਕਟ ਹਕਾਰਿਓ, ਤਨ ਮੈਂ ਛਦ ਤੇ ਭਇਓ ਸਮਾਰ। ਰਾਏ ਜੋਧ ਜਿਹੜਾ ਤਕਰੀਬਨ ਸਾਰੀ ਰਾਤ ਰਾਏ ਜੋਧ ਤੇ ਇਹਦਾ ਭਰਾ ਸਲੇਮ ਸ਼ਾਹ, ਜਦੋਂ ਸ਼ਾਹਜਹਾਨ ਦੀ ਫੌਜ ਨੇ, ਲੱਲਾ ਬੇਗ ਨੇ ਰਾਤ ਵੇਲੇ ਹਮਲਾ ਕੀਤਾ ਸੀਗਾ, ਤੇ ਇਹ ਦੋ ਭਰਾ ਸਭ ਤੋਂ ਪਹਿਲਾਂ ਜੰਗ ਦੇ ਮੈਦਾਨ ਦੇ ਵਿੱਚ ਗਏ ਸਨ ਤੇ ਰਾਤ ਘਮਸਾਨ ਦਾ ਯੁੱਧ ਕੀਤਾ ਹੈ, ਸਲੇਮ ਸ਼ਾਹ ਨੇ ਤੇ ਰਾਏ ਜੋਧ ਨੇ, ਜਿਨ੍ਹਾਂ ਨੇ ਰਾਤੋਂ ਰਾਤ ਫਿਰ 25,000 ਦੀ ਫੌਜ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਖਤਮ ਕਰ ਦਿੱਤੀ ਸੀ, ਨੁਕਸਾਨ ਕੀਤਾ ਐਡਾ ਵੱਡਾ। ਇਹ ਰਾਏ ਜੋਧ ਆਪ ਸਰੀਰ ਤੇ ਕਈ ਤਰ੍ਹਾਂ ਦੇ ਫੱਟ ਲੱਗ ਚੁੱਕੇ ਹਨ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ, ਪਰ ਤਾਂ ਵੀ ਸਾਰਾ ਦਿਨ ਫਿਰ ਜੰਗ ਦੇ ਮੈਦਾਨ ਦੇ ਵਿੱਚ ਬੜੀ ਬਹਾਦਰੀ ਦੇ ਨਾਲ, ਪਹਿਲਾਂ ਵੀ ਬੜਾ ਬਹਾਦਰ ਗਿਣਿਆ ਜਾਂਦਾ ਸੀਗਾ, ਕਈ ਜੰਗ ਇਹਨੇ ਆਪਣੇ ਤੌਰ ਤੇ ਲੜੇ ਸਨ ਤੇ ਜਿੱਤੇ ਹਨ। ਅੱਜ ਵੀ ਜਦੋਂ ਸਤਿਗੁਰਾਂ ਦੀ ਤਰਫੋਂ ਲੜਿਆ ਹੈ ਤੇ ਬਹੁਤ ਬਹਾਦਰੀ ਦੇ ਨਾਲ। ਤੇ ਉਸ ਵੇਲੇ ਕਹਿਣ ਲੱਗੇ ਕਿ ਭਾਈ ਜੋਧ ਰਾਏ ਨੂੰ ਪਾਤਸ਼ਾਹ ਜੀ ਨੇ ਕੋਲ ਸੱਦਿਆ, ਜਿਹਦੇ ਸਰੀਰ ਤੇ ਥਾਂ ਥਾਂ ਤੇ ਫੱਟ ਲੱਗੇ ਹੋਏ ਹਨ। ਕਿਰਪਾ ਨਿਧਾਨ ਕਿਰਪਾ ਕਰ ਦੇਖਿਓ, ਹਾਥ ਸਪਰਸ਼ਨ ਕਰਿਓ ਉਧਾਰ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ ਹੋ ਕੇ ਬੜੀ ਪ੍ਰਸੰਨਤਾ ਦੇ ਨਾਲ, ਬਹੁਤ ਜ਼ਿਆਦਾ ਫੱਟ ਖਾ ਕੇ ਜੰਗ ਦੇ ਮੈਦਾਨ ਦੇ ਵਿੱਚ ਗੂੰਜਿਆ ਹੈ ਮਰਦ, ਜੰਗ ਦੇ ਮੈਦਾਨ ਦੇ ਵਿੱਚ ਲੜਿਆ ਹੈ, ਪਾਤਸ਼ਾਹ ਜੀ ਨੇ ਕੋਲ ਸੱਦਿਆ। ਜਹ ਜਹ ਘਾਵ ਕਹਿਣ ਲੱਗੇ ਕਿਰਪਾ ਨਿਧਾਨ ਕਿਰਪਾ ਕਰ ਦੇਖਿਓ, ਹਾਥ ਸਪਰਸ਼ਨ ਕਰਿਓ ਉਧਾਰ। ਗਰੀਬ ਨਿਵਾਜ ਸਤਿਗੁਰਾਂ ਨੇ ਥਾਪੜਾ ਦਿੱਤਾ ਹੈ, ਪਾਤਸ਼ਾਹ ਜੀ ਨੇ ਕੰਠ ਦੇ ਨਾਲ ਲਾਇਆ ਹੈ। ਕਦੇ ਜਿਸ ਤਰ੍ਹਾਂ ਦਾਸ ਫਿਰ ਬੇਨਤੀ ਕਰਦਾ ਹੈ ਕਿ ਸਹਿ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਸੈਨਿਕਾਂ ਨੂੰ ਬੜਾ ਸਤਿਕਾਰ ਦਿੰਦੇ ਸਨ, ਜਿਹੜਾ ਬਹਾਦਰੀ ਦੇ ਨਾਲ ਲੜਦਾ ਹੈ। ਕਦੇ ਗਰੀਬ ਨਿਵਾਜ ਸਤਿਗੁਰੂ ਜੀ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਿਹੜਾ ਜਿਹੜਾ ਯੋਧਾ ਜਿੰਨੇ ਜਿੰਨੇ ਵੱਧ ਉਹਨੇ ਫੱਟ ਖਾਧੇ ਹਨ, ਜਾਂ ਜਿੰਨਾ ਜਿੰਨਾ ਕਦਮ ਅੱਗੇ ਜਾ ਕਰਕੇ ਲੜਿਆ ਦੁਸ਼ਮਣ ਦੇ ਦਲਾਂ ਦੇ ਵਿੱਚ, ਪਾਤਸ਼ਾਹ ਜੀ ਓਨੇ ਵੱਡੇ ਉਹਨਾਂ ਨੂੰ ਖਿਤਾਬ ਦੇ ਰਹੇ ਸਨ। ਇਹ ਮੇਰਾ 20,000 ਸੈਨਿਕ, ਇਹ ਮੇਰਾ 50,000 ਯੋਧਾ, ਇਹ ਮੇਰਾ ਮੁਲਤਾਨ ਦਾ ਨਵਾਬ, ਇਹ ਮੇਰਾ, ਇਸ ਤਰ੍ਹਾਂ ਗਰੀਬ ਨਿਵਾਜ ਸਤਿਗੁਰੂ ਜੀ ਅਨੇਕਾਂ ਆਸ਼ੀਰਵਾਦ ਬਖਸ਼ਦੇ ਸਨ। ਔਰ ਪੀਰ ਬੁੱਧੂ ਸ਼ਾਹ ਦੇ ਮੁਰੀਦ ਸ਼ਹੀਦ ਹੋਏ ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਕੰਠ ਦੇ ਨਾਲ ਲਾ ਕਰਕੇ ਆਖਿਆ ਸੀ ਮੰਗ ਕੁਛ, ਔਰ ਉਸਨੇ ਜਦੋਂ ਕੇਸ ਤੇ ਕੰਗੇ ਦੀ ਦਾਤ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਕੀਤੀ ਸੀਗੀ। ਇਸੇ ਤਰ੍ਹਾਂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸੇਵਕ ਰਾਏ ਜੋਧ ਦਾ ਬਹੁਤ ਵੱਡਾ ਸਤਿਕਾਰ ਕਰ ਰਹੇ ਹਨ। ਕਈ ਤਰ੍ਹਾਂ ਦੇ ਫੱਟ ਖਾਧੇ ਉਹਨੇ ਤੇ ਸਤਿਗੁਰਾਂ ਨੇ ਉਹਨੂੰ ਥਾਪੜਾ ਦਿੱਤਾ ਤੇ ਸਤਿਗੁਰਾਂ ਦੀ ਛੋਹ ਪ੍ਰਾਪਤ ਕਰਕੇ ਸਪਰਸ਼ ਰਾਏ ਜੋਧ ਨੇ ਪ੍ਰਾਪਤ ਕੀਤਾ ਹੈ। ਔਰ ਉਹਨੂੰ ਇੰਝ ਮਹਿਸੂਸ ਹੋਇਆ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਨ ਕਰਕੇ, ਸਤਿਗੁਰਾਂ ਤੋਂ ਥਾਪੜਾ ਲੈ ਕਰਕੇ
ਮੇਰੇ ਜਿਹੜੇ ਸਾਰੇ ਜ਼ਖਮ ਹਨ ਉਹਨਾਂ ਦੇ ਵਿੱਚੋਂ ਪੀੜ ਕਿਧਰੇ ਚਲੇ ਗਈ ਹੈ। ਸਤਿਗੁਰਾਂ ਦਾ ਥਾਪੜਾ, ਗੁਰੂ ਕੀ ਜਿਹੜੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਕਿਰਪਾ ਬਹੁਤ ਵੱਡੀ ਹੈ। ਕੌਰ ਗਰੀਬ ਨਿਵਾਜ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਰਾਏ ਜੋਧ ਧਨ ਹੋ ਗਿਆ ਹੈ। ਵਿਧੀ ਚੰਦ ਅਰ ਜਾਤੀ ਮਲਕ ਜੋ ਸਭ ਪਰ ਰਿਸ਼ਤੇਦਾਰ ਸੁਖਧੀਰ। ਔਰ ਉਸੇ ਤਰ੍ਹਾਂ ਜਾਤੀ ਮਲਕ ਜਿਹੜਾ ਬ੍ਰਾਹਮਣ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੈਨਾਪਤੀ ਹੈ। ਔਰ ਇਹ ਵੀ ਸਤਿਗੁਰਾਂ ਦੇ ਤਰਫੋਂ ਦਿਨ ਵੇਲੇ ਦਾ ਜਿਹੜਾ ਯੁੱਧ ਹੋਇਆ ਹੈ ਉਹਦੇ ਵਿੱਚ ਬਾਬਾ ਵਿਧੀ ਚੰਦ ਤੇ ਜਾਤੀ ਮਲਕ ਵੀ ਅੱਗੇ ਹੋ ਕੇ ਲੜੇ ਸਨ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਵਿਧੀ ਚੰਦ ਅਰ ਜਾਤੀ ਮਲਕ ਜੋ ਸਭ ਪਰ ਦ੍ਰਿਸ਼ਟ ਡਾਰ ਸੁਖ ਧੀਰ, ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਹਨਾਂ ਦੇ ਉੱਪਰ ਵੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਤਮਾਮ ਦੌਲਤ ਦੁਨੀਆਏ ਬਾਯਕ ਨਿਗਾਹੇ ਬਖਸ਼ੰਦ। ਜਦੋਂ ਗੁਰੂ ਖੁਸ਼ ਹੋ ਕੇ ਪ੍ਰਸੰਨ ਹੋ ਕੇ ਮਿਹਰ ਕਰਦਾ ਹੈ, ਅੰਮ੍ਰਿਤ ਭਰੀ ਦ੍ਰਿਸ਼ਟੀ ਪਾਉਂਦਾ ਹੈ। ਤੇ ਕਹਿਣ ਲੱਗੇ ਕਵੀ ਨੰਦ ਲਾਲ ਜੀ, ਕਹਿਣ ਲੱਗੇ ਗੁਰੂ ਦੀ ਕਿਰਪਾ ਦੇ ਵਿੱਚ ਇਤਨਾ ਆਨੰਦ ਹੈ, ਸਾਰੀਆਂ ਦੌਲਤਾਂ ਪ੍ਰਾਪਤ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਗੁਰੂ ਖੁਸ਼ ਹੋ ਕੇ ਥਾਪੜਾ ਦਵੇ ਜਾਂ ਖੁਸ਼ ਹੋ ਕੇ ਜਿਨ੍ਹਾਂ ਤੇ ਨਿਗਾਹ ਵੀ ਕਰ ਦਵੇ। ਆਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਾਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਕੀ ਕਿਰਪਾ ਦ੍ਰਿਸ਼ਟੀ ਦੇ ਵਿੱਚ, ਸਤਿਗੁਰਾਂ ਦੀ ਨਿਗਾਹ ਦੇ ਵਿੱਚ ਇਤਨੀ ਵੱਡੀ ਤਾਕਤ ਹੈ, ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਹੁਣ ਵਿਧੀ ਚੰਦ ਔਰ ਜਾਤੀ ਮਲਕ ਵੀ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਧੰਨ ਹੋਏ ਹਨ, ਪ੍ਰਸੰਨ ਹੋ ਗਏ ਹਨ। ਨਹੀਂ ਸ਼ਰਨ ਕੋ ਕਸ਼ਟ ਰਿਓ ਕਿਸ ਕਿਤਕ ਦਿਨ ਮੈਂ ਸੁਧ ਸਰੀਰ। ਔਰ ਇਹਨਾਂ ਨੂੰ ਉਦੋਂ ਹੀ ਲੱਗਿਆ ਕਿ ਸਾਡੇ ਸਰੀਰ ਤੇ ਤਾਂ ਹੁਣ ਕਸ਼ਟ ਹੀ ਕੋਈ ਨਹੀਂ ਰਹਿ ਗਿਆ, ਸਤਿਗੁਰਾਂ ਨੇ ਆਸ਼ੀਰਵਾਦ ਬਖਸ਼ ਕੇ ਨਿਹਾਲ ਜੋ ਕਰ ਦਿੱਤਾ ਹੈ। ਤੇ ਕੁਝ ਕੁ ਦਿਨਾਂ ਬਾਅਦ ਇਹਨਾਂ ਦੇ ਸਰੀਰਾਂ ਤੇ ਮਲਮ ਪੱਟੀ ਹੋਈ ਹੈ। ਕਹਿਣ ਲੱਗੇ ਨਹੀਂ ਸ਼ਦਨ ਕੋ ਕਸ਼ਟ ਰਹਿਓ ਕਿਸ ਕਿਤਕ ਦਿਨ ਮੈਂ ਸੁਧ ਸਰੀਰ। ਕੁਝ ਕੁ ਦਿਨਾਂ ਬਾਅਦ ਮਲਮ ਪੱਟੀ ਕਰਕੇ ਸਰੀਰ ਨਵਾਂ ਨਿਰਵਾ ਹੋ ਗਿਆ ਹੈ। ਔਰ ਖਾਣ ਪਾਣ ਕਰਕੇ ਸ਼ਾਮ ਦੇ ਵੇਲੇ ਉਸ ਵੇਲੇ ਕੁਝ ਜਿਹੜੇ ਯੋਧੇ ਸਨ ਉਹਨਾਂ ਨੇ ਫਿਰ ਵਿਸਰਾਮ ਕੀਤਾ ਹੈ। ਘੋਰਨ ਕੋ ਦੇ ਕਰ ਤ੍ਰਿਣ ਨੀਰ, ਕਹਿਣ ਲੱਗੇ ਘੋੜਿਆਂ ਨੂੰ ਵੀ ਪਾਣੀ ਪਿਲਾਇਆ ਗਿਆ ਤੇ ਖਾਣ ਵਾਸਤੇ ਘਾਹ ਦਾ ਪ੍ਰਬੰਧ ਕੀਤਾ ਹੈ। ਔਰ ਉਸੇ ਵੇਲੇ ਫਿਰ ਸ਼ਸਤਰਾਂ ਨੂੰ ਸੁੱਟ ਕਰ ਕਏ ਤੇ ਜਿਹੜੇ ਬਚੇ ਹੋਏ ਕੁਛ ਦੁਸ਼ਮਣ ਸਨ, ਤੁਰਕ ਫੌਜ ਹੈ, ਬਾਦਸ਼ਾਹ ਦੀ ਫੌਜ ਜਿਹੜੀ ਉੱਥੇ ਬਚ ਗਈ ਸੀਗੀ, ਜਾਂ ਜ਼ਖਮੀ ਸਨ ਜਾਂ ਜਿਨ੍ਹਾਂ ਨੇ ਸ਼ਸਤਰ ਸੁੱਟ ਦਿੱਤੇ ਸਨ। ਕਹਿਣ ਲੱਗੇ ਸ਼ਸਤਰ ਡਾਰ ਕਰ ਕਾਇਰ ਆਏ, ਦੁਸ਼ਮਣ ਆ ਗਏ ਜਲ ਤਲਾਓ ਤੇ ਪਾਨ ਕਰੰਤ। ਪਾਤਸ਼ਾਹ ਜੀ ਨੇ ਰੋਕਿਆ ਨਹੀਂ, ਗੁਰੂ ਕੇ ਸਿੱਖਾਂ ਨੇ ਰੋਕਿਆ ਨਹੀਂ। ਉੱਥੇ ਜਿਹੜਾ ਜਲ ਦਾ ਪਾਤਸ਼ਾਹ ਜੀ ਨੇ ਘਿਰਾਓ ਕੀਤਾ ਹੈ, ਸਾਰਿਆਂ ਨੂੰ ਜਲ ਸਤਿਗੁਰਾਂ ਨੇ ਛਕਣ ਵਾਸਤੇ ਦਿੱਤਾ ਹੈ। ਹਸਨੇ ਖਾਨ ਦੂਤ ਸੋ ਮਿਲ ਕਰ ਦੁਰਦਰ ਵਿਖੇ ਰਹੇ ਕਤਵੰਤ। ਔਰ ਉਸੇ ਵੇਲੇ ਫਿਰ ਹਸਨ ਖਾਨ ਜਿਹੜਾ ਦੂਤ ਹੈ ਉਹਦੇ ਨਾਲ ਮਿਲ ਕਰਕੇ ਗੁਰਦਲ ਵਿਖੇ ਰਹੇ ਅਚਵੰਤ। ਗੁਰੂ ਦੇ ਦਲ ਦੇ ਵਿੱਚੋਂ ਹੀ ਇਹ ਜਿਹੜੇ ਦੁਸ਼ਮਣ ਲੋਕ ਸਨ, ਭਾਵੇਂ ਜੰਗ ਦੇ ਮੈਦਾਨ ਦੇ ਵਿੱਚ ਹਾਰ ਚੁੱਕੇ ਹਨ, ਇਹਨਾਂ ਦਾ ਪੀਣ ਵਾਸਤੇ, ਇਹਨਾਂ ਨੂੰ ਪਾਣੀ ਤੇ ਛਕਣ ਵਾਸਤੇ ਭੋਜਨ ਗੁਰੂ ਕੇ ਲੰਗਰਾਂ ਦੇ ਵਿੱਚੋਂ ਮਿਲਿਆ ਹੈ। ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਲੰਗਰ ਛਕਾ ਕੇ, ਭਾਵੇਂ ਦੁਸ਼ਮਣ ਹੈ, ਚੜ੍ਹ ਕੇ ਆਇਆ ਹੈ, ਪਰ ਗਰੀਬ ਨਿਵਾਜ ਸਤਿਗੁਰਾਂ ਨੇ ਇਹਨਾਂ ਦਾ ਵੀ ਛਕਣ ਦਾ ਪ੍ਰਬੰਧ ਕੀਤਾ ਹੈ। ਸ੍ਰੀ ਹਰਿਗੋਬਿੰਦ ਨਰ ਗਣ ਭੇਜੇ ਜੈ ਜੀਤੇ ਕੀ ਲੋਰ ਦੇਖੰਤ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਰਫੋਂ ਲੱਲਾ ਬੇਗ ਬਾਦਸ਼ਾਹ ਦੀ ਫੌਜ ਦੇ ਤਰਫੋਂ ਲੱਲਾ ਬੇਗ ਸਮੇਤ ਸਾਰੇ ਜਿਹੜੇ ਸੂਰਮੇ ਸੈਨਾਪਤੀ ਸਨ, ਸਾਰੇ ਮਾਰੇ ਗਏ, ਕੋਈ ਨਹੀਂ ਬਚਿਆ ਹੈ। ਔਰ ਇੱਧਰੋਂ ਗੁਰੂ ਕੇ ਜਿਹੜੇ ਸੈਨਾਪਤੀ ਸਨ, ਇਹਨਾਂ ਦੇ ਵਿੱਚੋਂ ਭਾਈ ਜੇਠਾ ਜੀ ਜਿਹੜੇ ਬਹੁਤ ਬਲਵਾਨ ਯੋਧੇ ਸਨ ਤੇ ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਹੈ,
ਕਹਿਣ ਲੱਗੇ ਕਿ ਭਾਈ ਉਸ ਵੇਲੇ ਸ਼੍ਰੀ ਹਰਗੋਬਿੰਦ ਨਰ ਗਨ ਭੇਜੇ ਜਹ ਜੇਠੇ ਕੀ ਲੋਥ ਦਿਖੰਤ। ਕਹਿਣ ਲੱਗੇ ਜਿੱਥੇ ਭਾਈ ਜੇਠਾ ਜੀ ਦਾ ਸਰੀਰ ਪਿਆ ਹੋਇਆ ਹੈ ਉਧਰਲੇ ਪਾਸੇ ਸਤਿਕਾਰ ਸਹਿਤ ਸਤਿਗੁਰਾਂ ਨੇ ਕੁਝ ਸੇਵਕ ਭੇਜੇ ਹਨ। ਇਸੇ ਆਲਿਆ ਪ੍ਰਸਿੱਧ ਜੋਧਾ ਪਰੇ ਪਰੇ ਲੜਕੀ ਬਲਵੰਤ। ਔਰ ਉਹਨਾਂ ਦੇ ਨਾਲ ਹੋਰ ਵੀ ਜਿਹਦੇ ਅਨੇਕਾਂ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਪਏ ਹਨ, ਵੱਖਰੇ ਵੱਖਰੇ ਥਾਵਾਂ ਤੇ ਕਈ ਤਰ੍ਹਾਂ ਦੇ ਫੱਟ ਖਾ ਕਰਕੇ। ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਵਾਸਤੇ ਜਿਨ੍ਹਾਂ ਨੇ ਬਹਾਦਰੀ ਦੇ ਨਾਲ ਯੁੱਧ ਕੀਤਾ ਹੈ ਉਹਨਾਂ ਦੇ ਸਰੀਰਾਂ ਦੇ ਸਤਿਕਾਰ ਵਜੋਂ ਬੇਅੰਤ ਸਿੱਖ ਭੇਜੇ ਹਨ। ਸਭ ਇਕੱਠੇ ਕਰਦਾ ਦੇਹੋ ਤੇਨਾ ਕਰੋ ਭਸਮ ਗਨ ਕਾਸ਼ਟ ਪਾਏ। ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਸਾਰੇ ਸਰੀਰਾਂ ਨੂੰ ਇਕੱਠਿਆਂ ਕਰ ਲਵੋ ਔਰ ਫਿਰ ਲੱਕੜਾਂ ਦਾ ਢੇਰ ਲਾ ਕਰਕੇ ਲੱਕੜਾਂ ਦੀ ਚਿਣਾਈ ਕਰਕੇ ਉਹਨਾਂ 'ਤੇ ਸਰੀਰ ਰੱਖ ਕੇ ਤੇ ਸਾਰਿਆਂ ਦਾ ਦਹਨ ਕਰ ਦਿੱਤਾ ਜਾਵੇ। ਇਹਨਾਂ ਸਿੱਖਾਂ ਦਾ ਸੰਸਕਾਰ ਕਰੀਏ ਜੀ। ਔਰ ਪਾਤਸ਼ਾਹ ਜੀ ਨੇ ਕਿਉਂਕਿ ਆਪਣੇ ਆਪਣੇ ਧਰਮ ਦੀ ਮਰਿਆਦਾ ਹੈ, ਹਿੰਦੂ ਧਰਮ ਦੇ ਵਿੱਚ ਜਿਹੜਾ ਸਰੀਰ ਹੈ ਉਹ ਅਗਨ ਭੇਟ ਕੀਤਾ ਜਾਂਦਾ ਹੈ ਤੇ ਮੁਸਲਮਾਨ ਦੇ ਧਰਮ ਦੀ ਵਿਚਾਰਧਾਰਾ ਹੈ ਕਿ ਸਰੀਰ ਜਿਹੜਾ ਹੈ ਉਹਨੂੰ ਦਬਾਉਣਾ ਚਾਹੀਦਾ ਹੈ ਮਿੱਟੀ ਦੇ ਵਿੱਚ। ਉਹ ਆਪਣੇ ਧਰਮ ਦੇ ਮੁਤਾਬਕ ਸਰੀਰ ਨੂੰ ਦਫਨ ਕਰਦੇ ਹਨ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਫਿਰ ਉਹ ਹੁਕਮ ਕੀਤਾ ਹੈ। ਕਹਿਣ ਲੱਗੇ ਕਿ ਭਾਈ ਇਹਨਾਂ ਵਾਸਤੇ ਬਹੁਤ ਵੱਡਾ ਟੋਆ, ਕੁਛ ਟੋਏ ਪੁੱਟੇ ਜਾਣ। ਗਰਤ ਖਨੋ ਇੱਕ ਦੀਰਘ ਨੀਕੋ ਜਿਸਮੈ ਤੁਰਕ ਪਰੈ ਸਮੁਦਾਏ। ਇਕੱਠੇ ਕਰ ਕਰਕੇ ਟੋਇਆਂ ਦੇ ਵਿੱਚ ਔਰ ਇਹਨਾਂ ਦੀ ਰੀਤੀ ਦੇ ਮੁਤਾਬਕ ਸਾਰੇ ਸਰੀਰ ਦੁਸ਼ਮਣਾਂ ਦੇ ਇਕੱਠੇ ਕਰਕੇ ਪਾ ਦਿੱਤੇ ਜਾਣ। ਸੰਪੂਰਨ ਕਰੀਏ ਸਸਤਰ ਬਸਤਰ ਕੀ ਸਹਿਜ ਜੋ ਲਿਆਏ। ਔਰ ਸਤਿਗੁਰਾਂ ਨੇ ਫਿਰ ਸਾਰੇ ਜਿਹੜੇ ਕੁਝ ਸੇਵਕ ਵੀ ਉੱਥੇ ਆ ਗਏ ਹਨ, ਆਸ-ਪਾਸ ਦੇ ਲੋਕ ਇਕੱਤਰ ਹੋ ਗਏ ਹਨ। ਪਾਤਸ਼ਾਹ ਜੀ ਦੀ ਜਿੱਤ ਹੋਈ ਹੈ। ਪਹਿਲਾਂ ਤਾਂ ਭਾਵੇਂ ਕੋਲ ਕੋਈ ਨਹੀਂ ਆਇਆ ਪਰ ਹੁਣ ਹੌਲੀ ਹੌਲੀ ਜਿੱਤ ਦੇ ਨਗਾਰੇ ਵੱਜਣ ਕਰਕੇ ਜੰਗ ਸਮਾਪਤ ਹੋਣ ਕਰਕੇ ਬੇਅੰਤ ਹੋਰ ਵੀ ਲੋਕ ਆਏ ਹਨ ਤੇ ਸਤਿਗੁਰਾਂ ਨੇ ਸਾਰਿਆਂ ਨੂੰ ਹੁਕਮ ਕਰ ਦਿੱਤਾ ਹੈ। ਕਹਿਣ ਲੱਗੇ ਕਿ ਭਾਈ ਸਭਨ ਉਠਾਏ ਸੰਪੂਰਨ ਕਰੀਏ ਸ਼ਸਤਰ ਬਸਤਰ ਕੇ ਸਹਿਤ ਸੋ ਲਿਆਏ। ਕਹਿਣ ਲੱਗੇ ਜਿਹੜੇ ਸ਼ਸਤਰਾਂ ਦੇ ਸਮੇਤ ਸਰੀਰ ਚੁੱਕ ਚੁੱਕ ਕੇ ਲੈ ਕੇ ਪੁੱਟੇ ਹੋਏ ਟੋਇਆਂ ਦੇ ਵਿੱਚ ਰੱਖੋ ਜੀ। ਤੇ ਜਿਹੜੇ ਇਹਨਾਂ ਦੇ 5 ਵੱਡੇ ਯੋਧੇ ਸਨ, ਸੈਨਾਪਤੀ ਸੈਨਾ ਦੀ ਅਗਵਾਈ ਕਰ ਰਹੇ ਸਨ, ਬਹਾਦਰੀ ਦੇ ਨਾਲ ਜਿਹੜੇ ਲੜੇ ਹਨ, ਪਾਤਸ਼ਾਹ ਜੀ ਨੇ ਬਚਨ ਕੀਤਾ ਵੀਰ ਪੰਚ ਉਮਰਾਵ ਸੰਘਾਰੇ। ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਮਾਰੇ ਗਏ ਹਨ 3 ਕੋ ਉੱਪਰ ਧਰੋ ਬਣਾਏ। ਉਹਨਾਂ ਨੂੰ ਵੀ ਭਾਈ ਸਤਿਕਾਰ ਦੇ ਨਾਲ ਪੁੱਟ ਕੇ ਟੋਏ ਉਹਦੇ ਵਿੱਚ ਰੱਖੋ ਜੀ। ਤੇ ਗਰੀਬ ਨਿਵਾਜ ਫਿਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਾਰੇ ਜਿਹੜੇ ਮ੍ਰਿਤਕ ਉਹਨਾਂ ਨੂੰ ਇਕੱਠੇ ਕਰਕੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਕਹਿਣ ਲੱਗੇ ਇਕੱਠੇ ਕਰਕੇ ਤੇ ਉਹਨਾਂ ਨੂੰ ਸਤਿਕਾਰ ਦੇ ਨਾਲ ਮਿੱਟੀ ਪਾ ਕੇ ਤੇ ਸਾਰੇ ਸਰੀਰਾਂ ਦੇ ਉੱਪਰ ਥੜਾ ਜਿਹੜਾ ਉਹ ਚਿਣ ਦਿੱਤਾ ਜਾਏ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਰਿਆਂ ਨੇ ਹੁਕਮ ਸੁਣਿਆ ਹੈ। ਔਰ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਇੱਕ ਸਮ ਤੇ ਸਾਰਿਆਂ ਨੂੰ ਇੱਕੋ ਜਿਹਾ ਸਤਿਕਾਰ ਦਿੰਦੇ ਹੋਏ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਥੜਾ ਬਣਾਓ ਤੇ ਬਿਲਮ ਨਾ ਕਰੋ, ਸ਼ੀਘਰਤਾ ਸੰਗ ਦੇਰੀ ਨਾ ਕਰੋ। ਸਾਰਿਆਂ ਨੂੰ ਜਲਦੀ ਦੇ ਨਾਲ ਸਾਰਿਆਂ ਦੇ ਜਿਹੜੇ ਸਰੀਰ ਸੰਭਾਲ ਦਿੱਤੇ ਜਾਣ, ਕਿਉਂਕਿ ਜਿਹੜਾ ਯੋਧਾ ਹੈ, ਕੋਈ ਵੀ ਸੈਨਿਕ ਹੈ, ਜੰਗ ਦੇ ਮੈਦਾਨ ਦੇ ਵਿੱਚ ਆਪਣੇ ਦੇਸ਼ ਵਾਸਤੇ, ਧਰਮ ਵਾਸਤੇ ਜਿਹੜਾ ਵੀ ਲੜਦਾ ਹੈ ਉਹ ਸਤਿਕਾਰਯੋਗ ਹੈ। ਜਿਹੜਾ ਜੰਗ ਦੇ ਮੈਦਾਨ ਦੇ ਵਿੱਚੋਂ ਭੱਜ ਜਾਵੇ ਨਾ ਤਾਂ ਉਹਦਾ ਕਿਤੇ ਵੀ ਸਤਿਕਾਰ ਨਹੀਂ ਹੁੰਦਾ। ਜਿਹੜਾ ਪਿੱਠ ਦੇ ਜਾਵੇ ਜੰਗ ਦੇ ਮੈਦਾਨ ਦੇ ਵਿੱਚੋਂ ਦੌੜ ਜਾਵੇ ਔਰ ਭਾਵੇਂ ਜੰਗ ਦੇ ਮੈਦਾਨ ਦੇ ਵਿੱਚ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ ਪਰ ਜਿਹੜਾ ਲੜਦਾ ਹੈ ਮਾਰਿਆ ਜਾਂਦਾ ਹੈ, ਆਪਣੇ ਮਾਲਕ ਨੂੰ ਪਿੱਠ ਨਹੀਂ ਦਿਖਾਉਂਦਾ। ਜਿਹੜਾ ਮਰਦਾ ਹੈ ਉਹ ਸਤਿਕਾਰਯੋਗ ਹੈ। ਸ਼ਹੀਦ ਹਮੇਸ਼ਾ ਹੀ ਸਤਿਕਾਰਯੋਗ ਹੁੰਦਾ ਹੈ।
ਜੰਗ ਦਾ ਨਤੀਜਾ ਭਾਵੇਂ ਕੁਛ ਵੀ ਨਿਕਲੇ, ਪਰ ਜਿਹੜਾ ਅਖੀਰਲੇ ਸਵਾਸ ਤੱਕ ਲੜਿਆ ਹੈ ਵਫਾਦਾਰੀ ਦੇ ਨਾਲ, ਉਹਦੇ ਸਰੀਰ ਦਾ ਸਤਿਕਾਰ ਹੋਣਾ ਚਾਹੀਦਾ ਹੈ। ਭਾਵੇਂ ਕਿਸੇ ਵੀ ਦੇਸ਼ ਦੇ ਨਾਲ, ਕੌਮ ਦੇ ਨਾਲ, ਧਰਤੀ ਦੇ ਨਾਲ ਸੰਬੰਧ ਕਿਸੇ ਨਾਲ ਵੀ ਰੱਖਦਾ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ। ਪਾਤਸ਼ਾਹ ਜੀ ਨੇ ਬਚਨ ਕੀਤਾ ਜਿਹੜਾ ਸ਼ਹੀਦ ਹੈ ਉਹਦਾ ਸਤਿਕਾਰ ਬਣਦਾ ਹੈ, ਜਿਹੜਾ ਮਰਿਆ ਹੈ ਆਪਣੇ ਦੇਸ਼ ਵਾਸਤੇ, ਧਰਮ ਵਾਸਤੇ, ਆਪਣੇ ਮਾਲਕ ਵਾਸਤੇ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ ਕਾਲੀ ਦੇ ਨਾਲ ਸਾਰਿਆਂ ਦੇ ਸਰੀਰ ਸੰਭਾਲ ਦਵੋ ਜੀ। ਸੁਣ ਕਰ ਨਰ ਗੁਣ ਹੁਕਮ ਜੋ, ਸੁਣ ਕਰ ਨਰ ਗੁਣ ਗੁਰੂ ਹੁਕਮ ਕੋ ਜਾਏ ਚਨਾਰ ਕੀਨ ਭਾਟੇ ਅੰਗ। ਔਰ ਸਤਿਗੁਰਾਂ ਦਾ ਹੁਕਮ ਪਾ ਕਰਕੇ ਗੁਰੂ ਕੇ ਸਿੱਖ ਕਾਲੀ ਦੇ ਨਾਲ ਬੇਅੰਤ ਲੋਕ ਗਏ ਹਨ, ਔਰ ਸਰੀਰ ਪਛਾਣ ਕੇ ਔਰ ਉਸੇ ਮਰਿਆਦਾ ਦੇ ਮੁਤਾਬਕ ਜਿਹੜੇ ਗੁਰੂ ਕੇ ਸਿੱਖ ਜਾਂ ਰਾਏ ਜੋਧ ਦੇ ਜਿਹੜੇ ਸੈਨਿਕ ਸਨ ਉਹਨਾਂ ਨੂੰ ਪਛਾਣ ਕੇ ਵੱਖਰਾ ਕੀਤਾ ਹੈ। ਜਿਹੜੇ ਤੁਰਕ ਸਨ, ਮੁਸਲਮਾਨ ਸਨ, ਉਹਨਾਂ ਨੂੰ ਵੱਖਰਾ ਕਰਕੇ ਉਸ ਰੀਤੀ ਦੇ ਮੁਤਾਬਕ ਸਾਰਿਆਂ ਦੇ ਸਰੀਰਾਂ ਨੂੰ ਕਿਸੇ ਨੂੰ ਮਿੱਟੀ ਦੇ ਵਿੱਚ ਦਫਨ ਕੀਤਾ ਗਿਆ, ਕਿਸੇ ਵਾਸਤੇ ਲੱਕੜਾਂ ਚਿਣ ਕੇ ਤੇ ਉਹਦਾ ਸਰੀਰ ਦਾ ਸੰਸਕਾਰ ਕੀਤਾ ਜਾ ਰਿਹਾ ਹੈ। ਯਾਦ ਕਲੈ ਸਭ ਦਾਹੇ ਜੋ ਰਣ ਖੇਤ ਗਿਰੇ ਤਨ ਭੰਗ। ਔਰ ਭਾਈ ਜੇਠਾ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੱਡਾ ਸੈਨਾਪਤੀ ਕਹਿਣ ਲੱਗੇ ਜੇਠੇ ਆਦਿਕ ਲੈ ਸਭ ਦਾਹੇ ਜੋ ਰਣ ਖੇਤ ਗਿਰੇ ਤਨ ਭੰਗ। ਜਿਨ੍ਹਾਂ ਦਾ ਸਰੀਰ ਜੰਗ ਦੇ ਮੈਦਾਨ ਦੇ ਵਿੱਚ ਕਈ ਤਰ੍ਹਾਂ ਦੇ ਫੱਟ ਖਾ ਕਰਕੇ ਭੰਗ ਹੋ ਗਿਆ, ਸ਼ਹੀਦ ਹੋ ਗਿਆ, ਜੰਗ ਦੇ ਮੈਦਾਨ ਦੇ ਵਿੱਚ ਟੂਟੇ ਹੋ ਗਏ ਸਨ। ਬੜੇ ਸਤਿਕਾਰ ਦੇ ਨਾਲ ਗੁਰੂ ਕੇ ਸਿੱਖਾਂ ਨੇ ਔਰ ਪਾਤਸ਼ਾਹ ਜੀ ਨੇ ਇਹਨਾਂ ਦਾ ਸੰਸਕਾਰ ਕੀਤਾ ਹੈ। ਲਗੇ ਕਰਤ ਕੋ ਦੋਖਾਂ ਖੋਤਣ ਜੇ ਤਕ ਤੁਰਕ ਬਚੇ ਸਮੁਦਾਏ। ਤੇ ਜਿਹੜੇ ਉਹਨਾਂ ਦੇ ਸੈਨਿਕ ਕੁਝ ਬਚੇ ਹੋਏ ਸਨ ਤੁਰਕਾਂ ਦੇ, ਸਤਿਗੁਰਾਂ ਨੇ ਉਹਨਾਂ ਨੂੰ ਵੀ ਨਾਲ ਲਾਇਆ ਹੈ। ਉਹਨਾਂ ਨੂੰ ਨਾਲ ਲਾ ਕਰਕੇ ਤੇ ਕੁਝ ਟੋਏ ਪੁੱਟੇ ਗਏ ਤੇ ਬਚੇ ਹੋਏ ਜਿਹੜੇ ਸੈਨਿਕ ਸਨ ਉਹਨਾਂ ਨੂੰ ਲਾ ਕਰਕੇ ਉਹਨਾਂ ਦੇ ਜਿਹੜੇ ਸਾਥੀ ਇਕੱਠੇ ਕਰਕੇ, ਕਿਉਂਕਿ ਜਿੱਥੇ ਸਤਿਗੁਰਾਂ ਦੀ ਸੈਨਾ ਦਾ ਨੁਕਸਾਨ ਹੋਇਆ ਹੈ ਉੱਥੇ ਕਈ ਗੁਣਾ ਵੱਧ ਜਿਹੜੇ ਤੁਰਕ ਸਨ ਬਾਦਸ਼ਾਹ ਦੀ ਫੌਜ ਹੈ ਇਹਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਤੇ ਸਰੀਰ ਟੋਟੇ ਜੰਗ ਦੇ ਮੈਦਾਨ ਦੇ ਵਿੱਚ ਜਿੰਨਾ ਚਿਰ ਵੱਧ ਪਏ ਰਹਿਣਗੇ, ਇੱਕ ਤਾਂ ਸਰੀਰ ਜਿਹੜੇ ਹਨ ਉਹਨਾਂ ਦੀ ਨਿਰਾਦਰੀ ਹੋਏਗੀ, ਦੂਜਾ ਫਿਰ ਐਸੇ ਸਮੇਂ ਕੋਈ ਭਿਆਨਕ ਜਿਹੜੀ ਬਿਮਾਰੀ ਹੈ ਉਹ ਫੈਲਣ ਦਾ ਖਤਰਾ ਹੈ। ਇਸ ਕਰਕੇ ਕਾਲੀ ਦੇ ਨਾਲ ਸਰੀਰ ਸੰਭਾਲ ਦੇਣੇ ਚਾਹੀਦੇ ਹਨ। ਗਰੀਬ ਨਿਵਾਜ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਗੁਰੂ ਕੇ ਸਿੱਖ ਤੇ ਜਿਹੜੀ ਬਚੇ ਹੋਏ ਉਹਨਾਂ ਦੇ ਸੈਨਿਕ ਸਨ, ਸਤਿਗੁਰਾਂ ਦੇ ਹੁਕਮ ਦੇ ਵਿੱਚ ਉਹ ਵੀ ਨਾਲ ਲੱਗੇ ਔਰ ਸਾਰਿਆਂ ਦੇ ਸਰੀਰ ਸਤਿਕਾਰ ਸਹਿਤ ਸੰਭਾਲੇ ਹਨ। ਤਿਨ ਸਭ ਹਿਨ ਕੋ ਕਹਿਓ ਮਿਰਤਕ ਜੇ ਸ਼ਸਤਰ ਬਸਤਰ ਕੇ ਸਹਿ ਸੁਲਿਆਏ। ਤੇ ਸਤਿਗੁਰਾਂ ਨੇ ਹੁਕਮ ਕੀਤਾ ਸੀਗਾ ਕਿ ਭਾਈ ਇਹ ਜਿਹੜੇ ਸਾਰੇ ਯੋਧੇ ਹਨ ਇਹਨਾਂ ਦੇ ਜਿਹੜੇ ਸ਼ਸਤਰ ਤੇ ਬਸਤਰ ਹਨ, ਕਿਉਂਕਿ ਬੜੇ ਕੀਮਤੀ ਬਸਤਰ ਔਰ ਬੜੇ ਕੀਮਤੀ ਇਹਨਾਂ ਦੇ ਸ਼ਸਤਰ ਸਨ, ਜਿਹੜੇ ਸੈਨਾਪਤੀ ਯੋਧੇ ਸੈਨਾ ਮੁਖੀ ਸਨ। ਪਾਤਸ਼ਾਹ ਜੀ ਨੇ ਬਚਨ ਕੀਤਾ ਸਮੇਤ ਸ਼ਸਤਰਾਂ ਬਸਤਰਾਂ ਦੇ ਇਹਨਾਂ ਨੂੰ ਸਮੇਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਉਹਨੂੰ ਜਿਹੜੀਆਂ ਡੂੰਘੀਆਂ ਕਬਰਾਂ ਬਣਾ ਕਰਕੇ ਟੋਏ ਪੁੱਟ ਕਰਕੇ ਵਿੱਚ ਰੱਖ ਦਿੱਤਾ ਜਾਵੇ। ਕਾਰਨ ਕਰੋ ਵਸਤ ਕੁਛ ਸਭ ਹੀ ਪਾਏ ਦਿਓ ਸਿਧਾਏ। ਤੇ ਸਤਿਗੁਰਾਂ ਨੇ ਇੱਕ ਹੁਕਮ ਕੀਤਾ ਸੀਗਾ ਕਿ ਭਾਈ ਜਿਹੜਾ ਵੀ ਕੋਈ ਯੋਧਾ ਹੈ ਉਹਦੇ ਗਲ ਦੇ ਵਿੱਚ ਜਾਂ ਉਹਨੇ ਜਿਹੜੀ ਕੋਈ ਕੀਮਤੀ ਚੀਜ਼ ਪਹਿਨੀ ਹੈ ਉਹ ਖਿੱਚਣੀ ਨਹੀਂ ਹੈ, ਉਹ ਲੈਣੀ ਨਹੀਂ ਹੈ, ਉਹ ਸੰਭਾਲਣੀ ਨਹੀਂ ਹੈ। ਅੰਗੀਕਾਰ ਨਾ ਕਰੋ ਵਸਤ ਕੁਛ, ਕੋਈ ਵੀ ਸ਼ਹੀਦ ਦੀ ਜਿਹੜੀ ਵਸਤੂ ਹੈ ਉਹ ਨਹੀਂ ਲਾਉਣੀ। ਸਭ ਹੀ ਪਾਏ ਦੇਹੋ ਤਿਸ ਇਸ ਥਾਏ, ਸਾਰੀਆਂ ਚੀਜ਼ਾਂ ਨਾਲ ਹੀ ਵਿੱਚ ਪਾ ਦਵੋ ਜੀ। ਲੱਗੇ ਕਰਨ ਬਿਦ ਤੈਸੀ ਜਾਏ ਖੇਤੀ ਲਾਏ ਉਚਾਏ। ਔਰ ਉਸੇ ਤਰ੍ਹਾਂ ਫਿਰ ਗੁਰੂ ਕੇ ਸਿੱਖ ਤੇ ਉਹ ਜਿਹੜੇ ਯੋਧੇ ਸਨ ਸਾਰੇ ਉਸੇ ਮੁਤਾਬਕ ਕਰਨ ਲੱਗੇ। ਸਾਰੇ ਜੰਗ ਦੇ ਮੈਦਾਨ ਦੇ ਵਿੱਚੋਂ ਸਰੀਰ ਜਿਹੜੇ ਸਨ ਉਹ ਇਕੱਠੇ ਕਰਕੇ ਲੈ ਆਂਦੇ ਗਏ ਇੱਕ ਜਗ੍ਹਾ ਤੇ ਸਤਿਗੁਰਾਂ ਦੀ ਜਿਹੜੀ ਸੈਨਾ ਸੀਗੀ ਜਾਂ ਰਾਏ ਜੋਧ ਦੇ ਜਿਹੜੇ ਬਹਾਦਰ ਯੋਧੇ ਸਨ ਉਹਨਾਂ ਨੂੰ ਉਸ ਰੀਤੀ ਦੇ ਮੁਤਾਬਕ ਪਾਤਸ਼ਾਹ ਜੀ ਨੇ ਉਹਨਾਂ ਦੇ ਸਰੀਰ ਸੰਭਾਲੇ ਹਨ। ਬੇਅੰਤ ਸੰਗਤ ਹੋਰ ਵੀ ਪਹੁੰਚ ਚੁੱਕੀ ਹੈ ਤੇ ਇੱਧਰ ਤੁਰਕਾਂ ਦੇ ਸਰੀਰਾਂ ਦਾ ਵੀ ਸਤਿਗੁਰਾਂ ਨੇ ਸਤਿਕਾਰ ਕੀਤਾ ਹੈ। ਇਹਨਾਂ ਦੀ ਰੀਤੀ ਮੁਤਾਬਕ
ਓਏ ਲੈ ਜਾਰੇ ਓਏ ਲੈ ਗਾਡੇ, ਤੇਰੀ ਗੱਤ ਦੋਹੂ ਨਾ ਪਾਈ। ਭਾਵੇਂ ਗੁਰਬਾਣੀ ਦੇ ਵਿੱਚ ਵਚਨ ਕੀਤਾ ਗਿਆ ਹੈ ਕਿ ਅਸਲ ਦੇ ਵਿੱਚ ਬੰਦੇ ਦੇ ਕਰਮਾਂ ਦੇ ਕਰਕੇ ਹੀ ਮੁਕਤੀ ਹੈ, ਪਰ ਜੋ ਜੋ ਰੀਤੀ ਬਣ ਚੁੱਕੀ ਹੈ ਧਰਮ ਦੀ, ਉਹਦੇ ਮੁਤਾਬਕ ਪਾਤਸ਼ਾਹ ਜੀ ਨੇ ਤਾਂ ਵੀ ਵੱਡਾ ਸਤਿਕਾਰ ਕੀਤਾ ਔਰ ਉਹਨਾਂ ਦੇ ਸਰੀਰਾਂ ਦੀ ਸੰਭਾਲ ਕੀਤੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਸਰਾ ਜਿਹੜਾ ਆਪਣੀ ਜ਼ਿੰਦਗੀ ਦਾ, ਆਪਣੇ ਜੀਵਨ ਦਾ ਵੱਡਾ ਜਿਹੜਾ ਯੁੱਧ ਹੈ ਬਾਦਸ਼ਾਹ ਦੀ ਫੌਜ ਦੇ ਨਾਲ ਮਾਲਵੇ ਦੀ ਧਰਤੀ 'ਤੇ ਮਹਾਰਾਜ ਦੇ ਕੋਲ ਗੁਰੂ ਸਰ ਜਿੱਥੇ ਅੱਜ ਪਾਵਨ ਸਥਾਨ ਸੁਭਾਈਮਾਨ ਹੈ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਔਰ ਸਤਿਗੁਰਾਂ ਦੀ ਜਿਹੜੀ ਜਿੱਤ ਹੋਈ ਹੈ ਉਹਦੇ ਨਾਲ ਸੰਬੰਧਿਤ ਗੁਰੂ ਘਰ ਸੁਭਾਈਮਾਨ ਹੈ। ਉਸ ਜਗ੍ਹਾ 'ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੀਸਰਾ ਜਿਹੜਾ ਵੱਡਾ ਜੰਗ ਉਹ ਫਤਿਹ ਕੀਤਾ ਹੈ, ਫਤਿਹ ਹਾਸਲ ਹੋਈ ਹੈ। ਸਾਰੇ ਸਿੱਖਾਂ ਦੇ ਵਿੱਚ ਦੂਰ ਤੱਕ ਖਬਰ ਫੈਲੀ ਹੈ ਔਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਗਈ ਹੈ ਕਿ ਸਤਿਗੁਰਾਂ ਦੀ ਇਹ ਰਹਿਮਤ ਕਿਰਪਾ ਹੋਈ ਹੈ ਜਿਹਦੇ ਕਰਕੇ ਇਹ ਸਾਰੇ ਕਾਰਜ ਸੰਪੂਰਨ ਹੋਏ ਹਨ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਹਾਦਰ ਯੋਧੇ, ਜੇ ਮੇਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਹਨ ਤੇ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਚਲਾ ਕੇ ਵੀ ਦਿਖਾਈਆਂ, ਕਿਉਂਕਿ ਜਦੋਂ ਇਹ ਤਖਤ ਲਾਏ ਗਏ ਸਨ ਜਾਂ ਤਲਵਾਰਾਂ ਪਹਿਨੀਆਂ ਸਨ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਗਏ ਸਨ ਕਿ ਭਾਈ ਤਲਵਾਰਾਂ ਪਹਿਣੀ ਲਈਆਂ ਹਨ, ਕਿਹੜੀਆਂ ਚਲਾਉਣੀਆਂ ਆਉਂਦੀਆਂ ਹਨ। ਇਸ ਤਰ੍ਹਾਂ ਕਿਹਾ ਗਿਆ ਸੀਗਾ, ਪਹਿਨੀਆਂ ਹੀ ਹਨ, ਕਿਹੜੀਆਂ ਚਲਾਉਣੀਆਂ ਆਉਂਦੀਆਂ ਹਨ। ਪਰ ਛੇਵੇਂ ਪਾਤਸ਼ਾਹ ਜੀ ਨੇ ਤਲਵਾਰ ਇਹੋ ਜਿਹੀ ਚਲਾਈ ਹੈ ਕਿ ਜਿਸ ਨੂੰ ਦੇਖ ਕਰਕੇ ਦੁਸ਼ਮਣ ਵੀ ਦੰਗ ਰਹਿ ਗਿਆ, ਹੈਰਾਨ ਰਹਿ ਗਿਆ। ਏਡਾ ਵੱਡਾ ਸਾਡਾ ਜਿਹੜਾ ਦਲ ਸੀਗਾ ਝਾਟੀ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਗੁਰੂ ਕੇ ਸਿੱਖਾਂ ਨੇ ਤਲਵਾਰਾਂ ਕੇਵਲ ਪਹਿਨੀਆਂ ਹੀ ਨਹੀਂ, ਉਹਨਾਂ ਨੂੰ ਜਿਤਨੇ ਸੁੰਦਰ ਢੰਗ ਦੇ ਨਾਲ ਚਲਾਉਣੀਆਂ ਵੀ ਸਤਿਗੁਰਾਂ ਨੇ ਸਿਖਾਈਆਂ। ਉਸ ਵੇਲੇ ਏਡੀ ਤਗੜੀ ਮੁਹਾਰਤ ਵੀ ਕਿਸੇ ਹੋਰ ਸੈਨਾ ਦੇ ਵਿੱਚ ਨਹੀਂ ਸੀਗੀ। ਤਾਂ ਹੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੇਰੀ ਦਾ, ਪੀਰੀ ਦਾ, ਭਗਤੀ ਦਾ, ਸ਼ਕਤੀ ਦਾ ਗੁਰੂ ਅੱਜ ਸਾਰੇ ਜਗਤ ਦੇ ਵਿੱਚ ਕਿਹਾ ਜਾਂਦਾ ਹੈ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੀ ਬਹੁਤ ਵੱਡੀ ਵਡਿਆਈ ਹੈ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ ਜੀ। ਸਮਾਂ ਹੋ ਚੁੱਕਾ ਹੈ ਸਿਮਰਨ ਦਾ। ਆਓ ਸਾਰੀ ਸੰਗਤ, ਪਿਛਲੇ ਕੁਝ ਸਮੇਂ ਤੋਂ ਅਸੀਂ ਸਰਬੱਤ ਦੇ ਭਲੇ ਵਾਸਤੇ, ਤੰਦਰੁਸਤੀਆਂ ਵਾਸਤੇ, ਜਗਤ ਜਲੰਦੇ ਦੀ ਚੜ੍ਹਦੀ ਕਲਾ ਵਾਸਤੇ ਕੁਝ ਕੁ ਪਲ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਨਾਨਕ ਕੈ ਘਰ ਕੇਵਲ ਨਾਮ। ਇਸ ਕਰਕੇ ਆਓ ਸਾਰੀ ਸੰਗਤ ਭਾਵਨਾ ਸਹਿਤ ਕੁਝ ਕੁ ਸਮਾਂ ਗੁਰੂ ਕੇ ਚਰਨਾਂ ਦੇ ਵਿੱਚ ਸਿਮਰਨ ਦੇ ਨਾਲ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।